Like the video, subscribe to the channel and press the bell icon for latest video updates. ਇਹ ਪੰਜਾਬ ਨੂੰ ਕਿੱਥੋਂ ਬਰਖਾਸਤ ਕਰ ਦਿਆਂਗੇ? ਇਹ ਤਾਂ ਨਾ ਗਲਤ ਹੈ। ਦੇਖੋ ਕਨਸਟੀਟਿਊਸ਼ਨਲ ਕ੍ਰਾਈਸਿਸ ਆਉਣਗੀਆਂ ਤਾਂ ਬਰਖਾਸਤ ਹੋਊ। ਵੈਸਟ ਬੰਗਾਲ ਦੇ ਵਿੱਚ ਸਿੱਧੀ ਗਵਰਨਰ ਨੂੰ ਚੁਣੌਤੀ ਦੇ ਰਹੇ ਹੈ। ਇਨੇ ਵੇ ਕਨਸਟੀਟਿਊਸ਼ਨਲ ਹੈਡ ਦੀ ਡਿਫਾਈਂਸ ਹੋ ਰਹੀ ਤਾਂ ਉੱਥੇ ਨਹੀਂ ਡਿਸਮਿਸ ਹੋਈ ਤਾਂ ਇੱਥੇ ਕਿਉਂ ਡਿਸਮਿਸ ਹੋਊਗੀ? ਦੇਖੋ ਮਹਾਰਾਸ਼ਟਰ ਗਵਰਨਮੈਂਟ ਦਾ ਲਾਈ ਨਹੀਂ ਨਾ ਹੈਗੀ ਬੀਜੇਪੀ ਦੀ, ਉਹ ਤਾਂ ਮਜਬੂਰੀ ਨਹੀਂ ਸੀ। ਉਹਨਾਂ ਨੇ ਤਾਂ ਸਪੋਰਟ ਕੀਤੇ ਆ ਬਿੱਲਾਂ ਨੂੰ। ਦੇ ਹੈਵ ਸਪੋਰਟਡ ਥੀਸ ਬਿਲਸ। ਮਹਾਰਾਸ਼ਟਰ ਦਾ ਚੀਫ ਮਿਨਿਸਟਰ ਕਮੇਟੀ ਦਾ ਹੈਡ ਸੀ। ਅੱਛਾ ਜਿਹੜੀ ਉਹ ਫਿਰ ਕਿਸ ਲੌਜਿਕ ਨਾਲ ਉਹ ਆਪਣੇ ਸੈਪਰੇਟ ਕਰਨਗੇ? ਸਭ ਸਿਆਸਤ ਖੇਲਣ ਲੱਗੇ ਹੋਏ ਆ ਹੁਣ। ਉਹ ਉਤੋਂ ਪ੍ਰੈਸ਼ਰ ਚਲੇ ਗਿਆ ਹੋਣਾ ਕਾਂਗਰਸ ਹਾਈ ਕਮਾਂਡ ਦਾ, ਉਹ ਸਹਿਯੋਗੀ ਪਾਰਟੀ ਆ, ਉਹਨਾਂ ਨੇ ਪ੍ਰੈਸ਼ਰ ਪਾਇਆ ਹੋਣਾ ਗਵਰਨਮੈਂਟ ਤੇ। ਦਰਸ਼ਕੋ, ਹੁਣ ਤੋਂ ਥੋੜੀ ਦੇਰ ਬਾਅਦ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਬਿਆਨ ਸੀ ਵੀ 370 ਆਰਟੀਕਲ ਬਾਰੇ ਤੇ ਜਿਹੜੇ 3 ਨਵੇਂ ਕਾਨੂੰਨ ਬਣੇ ਹੈਗੇ ਇਹਦੇ ਬਾਰੇ ਉਹਨਾਂ ਨੇ ਕਿਹਾ ਕੋਈ ਵੀ ਫੈਸਲਾ ਅਸੀਂ ਵਾਪਸ ਨਹੀਂ ਲੈਣਾ ਹੈਗਾ। ਚਲੋ 370 ਤਾਂ ਅਲੱਗ ਇਸ਼ੂ ਹੈਗਾ, ਉਹਨੂੰ ਫਿਰ ਕਿਤੇ ਪੂਰਾ ਡਿਸਕਸ ਕਰਾਂਗੇ। ਜਿਹੜਾ ਇਸ ਸੰਬੰਧ ਵਿੱਚ ਹੁਣ ਇਹ ਪੂਰਾ ਕਲੀਅਰ ਹੋ ਗਿਆ, ਮੋਦੀ ਸਾਹਿਬ ਇਹ ਬਿਲਕੁਲ ਵੀ 1% ਮੂਡ 'ਚ ਨਹੀਂ ਹੈਗੇ ਵੀ ਇਹਨਾਂ ਨੂੰ ਕਿਤੇ ਰੋਲ ਬੈਕ ਜਾਂ ਕੋਈ ਕਿਸਾਨਾਂ ਦੀ ਮੰਗਾਂ ਸੰਬੰਧੀ ਕੀ ਭਾਵੇਂ ਢਾਂਡਾ ਸਾਹਿਬ ਜਿਹੜਾ ਹੈਗਾ ਤੁਹਾਨੂੰ ਸਾਰੇ ਘਟਨਾਕ੍ਰਮ ਦਾ ਪਤਾ ਹੈਗਾ। ਦਰਸ਼ਕੋ, ਮੈਂ ਢਾਂਡਾ ਸਾਹਿਬ ਨੂੰ ਤੁਹਾਡੀ ਫਾਰਮਲੀ ਇੰਟਰੋਡਕਸ਼ਨ ਕਰਾ ਦਿਆਂ। ਐਕਸ MLA ਨੇ ਹਰੀਸ਼ ਰਾਏ ਢਾਂਡਾ ਜੀ, ਲੁਧਿਆਣੇ ਤੋਂ। ਇਹਨਾਂ ਨਾਲ ਅਸੀਂ ਗੱਲਬਾਤ ਆਨਲਾਈਨ ਕਰ ਰਹੇ ਹੈਗੇ ਆ ਤੇ ਬਹੁਤ ਰਿਪਿਊਟਡ ਐਡਵੋਕੇਟ ਹੈਗੇ ਆ। ਪੰਜਾਬ ਬਾਰ ਕੌਂਸਲ ਦੇ ਚੇਅਰਮੈਨ ਰਹਿ ਚੁੱਕੇ ਹੈਗੇ, ਮੌਜੂਦਾ ਸਮੇਂ ਮੈਂਬਰ ਹੈਗੇ। ਢਾਂਡਾ ਸਾਹਿਬ, ਫਿਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੋ ਇਹੋ ਅਸੈਂਬਲੀ ਵਿੱਚੋਂ ਕਾਨੂੰਨ ਬਿੱਲ ਪਾਸ ਕੀਤੇ ਆ, ਗਵਰਨਰ ਸਾਹਿਬ ਕੋਲ ਜਾਣਗੇ ਉੱਪਰ, ਫਿਰ ਉਹਨਾਂ ਦਾ ਰੈਲੇਵੈਂਸ ਕੀ ਹੋਇਆ ਜੇ ਆਪਣੇ ਮੋਦੀ ਸਾਹਿਬ ਇੰਨੇ ਉਹ ਆਪਣੇ ਸਟੈਂਡ ਤੇ ਖੜੇ ਹੈਗੇ? ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ? ਪਹਿਲੀ ਗੱਲ ਤਾਂ ਜੀ, ਇਰਰਿਸਪੈਕਟਿਵ ਮੋਦੀ ਸਾਹਿਬ ਦੇ ਸਟੈਂਡ ਦੇ, ਕੈਪਟਨ ਸਾਹਿਬ ਵਾਲੇ ਜਿਹੜੇ ਬਿੱਲ ਹੈ ਉਹ ਕਦੇ ਵੀ ਪ੍ਰਵਾਨੇ ਨਹੀਂ ਜਾਣੇ। ਆਪਾਂ ਪਹਿਲਾਂ ਵੀ ਇਹਦੇ ਤੇ ਡਿਬੇਟ ਕਰ ਚੁੱਕੇ ਹਾਂ। ਜਿੱਥੋਂ ਤੱਕ ਮੋਦੀ ਸਾਹਿਬ ਦੀ ਗੱਲ ਹੈ, ਮੈਂ ਤੁਹਾਨੂੰ ਬੜੀ ਪਹਿਲਾਂ ਕਲੀਅਰ ਕੀਤਾ ਸੀ ਕਿ ਇਹ ਮੋਦੀ ਸਾਹਿਬ ਦੀ ਨੇਚਰ 'ਚ ਨਹੀਂ ਕਿ ਵਾਪਸ ਲੈ ਲੈਣ, ਜਿੰਨਾ ਮਰਜ਼ੀ ਉਹਦੀ ਓਪੋਜੀਸ਼ਨ ਹੋ। ਪਰ ਇਹਦੇ ਵਿੱਚ ਕਿਤੇ ਨਾ ਕਿਤੇ ਫਾਰਮਰ ਆਰਗੇਨਾਈਜੇਸ਼ਨਸ ਦਾ ਹੋਮਵਰਕ ਪੂਅਰ ਹੈ। ਅੱਛਾ ਜੀ। ਉਹਨਾਂ ਨੇ ਇਸ ਬਿਲਸ ਦੇ ਨੈਗੇਟਿਵ ਪੁਆਇੰਟਸ ਜਿਹੜੇ ਉਹਨਾਂ ਨੂੰ ਲੱਗਦੇ ਆ ਜੋਟ ਡਾਊਨ ਕਰਕੇ ਕਲੇਮਸ ਨਹੀਂ ਕੀਤੇ ਹਲੇ ਤੱਕ, ਪਬਲਿਕਲੀ ਤਾਂ ਨਹੀਂ ਕੀਤੇ। ਜੋ ਪ੍ਰਾਈਵੇਟ ਜਿਹੜੀ ਮੀਟਿੰਗ 'ਚ ਗਏ ਆ, ਗੋਡ ਨੋਜ਼ ਉੱਥੇ ਉਹਨਾਂ ਨੇ ਦਿੱਤੇ ਆ ਕਿ ਨਹੀਂ ਦਿੱਤੇ। ਇਹਦੇ ਇਲਾਵਾ ਉਹ ਇਹ ਲਾਜ਼ ਦੇ ਵਿੱਚ ਕੀ ਅਮੈਂਡਮੈਂਟਸ ਚਾਹੁੰਦੇ ਆ ਕਿ ਆਹ ਹੋ ਜਾਵੇ ਤਾਂ ਸਾਡੇ ਜਿਹੜੇ ਨੈਗੇਟਿਵ ਇੰਪੈਕਟ ਸਾਨੂੰ ਖਤਰਾ ਦੂਰ ਹੋ ਜਾਣਗੇ, ਉਹ ਵੀ ਉਹਨਾਂ ਨੇ ਨਹੀਂ ਕੀਤੇ। ਇੱਕੋ ਗੱਲ ਹਮੇਸ਼ਾ ਡਿਬੇਟ 'ਚ ਆਈ ਆ। ਜਦ ਆਪਾਂ ਪਹਿਲੀ ਡਿਬੇਟ ਕੀਤੀ ਤੇ ਉਹਦੇ 'ਚ ਜ਼ਿਕਰ ਆਇਆ ਸੀ ਆਪਣੀ ਡਿਬੇਟ 'ਚ ਕਿ ਜੇ MSP ਤੋਂ ਘੱਟ ਵਾਲੀ ਗੱਲ ਹੋ ਜਾਵੇ ਤਾਂ ਸ਼ਾਇਦ ਕਿਤੇ ਨਾ ਕਿਤੇ ਸੋਲਵ ਹੋ ਜਾਵੇ। ਹਾਂ, ਸੋਲਵ ਹੋਣ ਦੇ ਹੋ ਸਕਦਾ ਸਿਸਟਮ। ਉਹਦੇ ਬਾਅਦ ਉਹਨਾਂ ਨੇ ਉਹ ਇਸ਼ੂ ਬਹੁਤ ਚੱਕਿਆ MSP ਵਾਲਾ, ਸਾਰਿਆਂ ਨੇ ਚੱਕਿਆ MSP ਵਾਲਾ। ਪਰ ਦੇਖੋ, ਫਾਰਮਰਸ ਦੀ ਐਜੀਟੇਸ਼ਨ ਹੈ, ਸਭ ਤੋਂ ਪਹਿਲਾਂ ਤਾਂ ਉਹ ਐਜੀਟੇਸ਼ਨ ਗਵਰਨਮੈਂਟ ਪੰਜਾਬ ਦੀ ਨੇ ਮਾਰਤੀ। ਪੰਜਾਬ ਗਵਰਨਮੈਂਟ ਨੇ ਉਹਨਾਂ ਦੀ ਐਜੀਟੇਸ਼ਨ ਨੂੰ ਫ੍ਰੀ ਹੈਂਡ ਦੇ ਦਿੱਤਾ। ਜਿਹੜਾ ਮਰਜ਼ੀ ਜਾ ਕੇ ਟੋਲ ਪਲਾਜ਼ਾ ਰੋਕ ਲਵੇ, ਜਿਹੜਾ ਮਰਜ਼ੀ ਟ੍ਰੇਨ ਰੋਕ ਲਵੇ, ਜਿਹੜਾ ਮਰਜ਼ੀ ਜੋ ਮਰਜ਼ੀ, ਨੂੰ ਸਰਕਾਰ ਵੱਲੋਂ ਕੋਈ ਰੋਕਥਾਮ ਨਹੀਂ ਸੀ। ਰਿਜ਼ਲਟੈਂਟਲੀ ਉਹਨਾਂ ਦੀ ਐਜੀਟੇਸ਼ਨ ਇੰਪਿਊਟਸ ਨਹੀਂ ਫੜ ਸਕੀ। ਉਹ ਜ਼ਿਆਦਾ ਲੋਕਾਂ ਤੱਕ ਪਹੁੰਚ ਕੇ ਵੱਡਾ ਇਕੱਠ ਨਹੀਂ ਕਰ ਸਕੀ ਜਿਹਦੇ ਨਾਲ ਇੰਪ੍ਰੈਸ ਕਰ ਸਕਣ। ਇਹਦਾ ਦਿਲ ਕਰਦਾ ਸੀ ਉੱਥੇ ਉਹ ਇਕੱਠੇ ਹੋ ਗਏ, ਮਤਲਬ ਗਵਰਨਮੈਂਟ ਰੋਕਦੀ ਨਹੀਂ ਸੀ। ਗਵਰਨਮੈਂਟ ਹਿੱਸੇਦਾਰ ਸੀ ਨਾ। ਗਵਰਨਮੈਂਟ ਨੇ ਆਪਣਾ ਰੋਲ ਅਦਾ ਨਹੀਂ ਕੀਤਾ ਕਿਤੇ ਵੀ। ਜੇ ਗਵਰਨਮੈਂਟ ਰੋਲ ਅਦਾ ਕਰਦੀ ਤਾਂ ਉਹਨਾਂ ਦੀ ਆਰਗੇਨਾਈਜੇਸ਼ਨ ਮੱਗਦੀ, ਐਜੀਟੇਸ਼ਨ ਮੱਗਦੀ। ਦੇਖੋ, ਐਜੀਟੇਸ਼ਨ ਜੇ ਮੱਗਣੀ ਹੈ ਉਹ ਜ਼ਿਆਦਾ ਲੋਕ ਇਕੱਠੇ ਕਰਕੇ, ਜ਼ਿਆਦਾ ਲੋਕ ਇਨਵੋਲਵ ਕਰਕੇ ਮੱਗਣੀ ਹੈ। ਉਹਨਾਂ ਦੇ ਥੋੜੇ ਬੰਦਿਆਂ ਨਾਲ ਹੀ ਪਰਪਸ ਪੂਰਾ ਹੋਣ ਲੱਗ ਗਿਆ, ਉਹਨਾਂ ਨੇ ਜ਼ਿਆਦਾ ਐਫਰਟ ਨਹੀਂ ਕੀਤੀ। ਇੱਕ ਫਾਰਮਰ ਆਰਗੇਨਾਈਜੇਸ਼ਨਸ ਇੱਕ ਪਲੇਟਫਾਰਮ ਤੇ ਤਾਂ ਜ਼ਰੂਰ ਆਏ ਹੈ, ਪਰ ਇਹ ਆਈਡੀਓਲੋਜੀਕਲੀ ਇਕੱਠੇ ਨਹੀਂ ਹੈ। ਐਂਡ ਅਦਰਵਾਈਜ਼ ਵੀ ਇਹਨਾਂ ਦੇ ਪਰਸਨੈਲਿਟੀ ਕਲੈਸ਼ਸ ਵੀ ਆਪਸ 'ਚ। ਬਿਲਕੁਲ ਠੀਕ ਹੈ। ਮੈਨੂੰ ਤੇ ਪਲੱਸ ਜਿਹੜੇ ਐਕਟ ਪਾਸ ਕਰਕੇ ਰੇਲਾਂ ਤੋਂ ਉਠਾਤੇ। ਮੈਂ ਤਾਂ ਪਿਛਲੇ ਦਿਨ ਵੀ ਕਿਹਾ ਸੀ ਕਿ ਜੇ ਹੁਣ ਐਜੀਟੇਸ਼ਨ ਉਹਨਾਂ ਨੇ ਡਾਇਲਿਊਟ ਕੀਤੀ ਤਾਂ ਬਿਲਕੁਲ ਖਤਮ ਹੋ ਜਾਊਗੀ। ਡਾਇਲਿਊਟ ਹੁੰਦੀ ਆਪਣੇ ਖਤਮ ਹੋ ਜਾਏਗੀ।
ਹਾਂ, ਤੇ ਮੈਨੂੰ ਡਰ ਲੱਗਦਾ ਕਿਤੇ ਹਾਰਮ ਨਾ ਹੋ ਜਾਵੇ ਇਸ ਐਜੀਟੇਸ਼ਨ ਨੂੰ ਬਹੁਤ ਜ਼ਿਆਦਾ। ਇਹ ਇਸ਼ੂਜ਼ ਫਾਰਮਰ ਲਈ ਬੜੇ ਅਹਿਮ ਸੀ ਤੇ ਫਾਰਮਰ ਬਹੁਤ ਸਟ੍ਰੈਸ 'ਚ ਹੈ ਤੇ ਬਹੁਤ ਡਰਿਆ ਹੋਇਆ ਹੈ। ਹਾਂਜੀ ਐਂਡ ਜਦ ਇਸੇ ਹਾਲਾਤ 'ਚ ਕੋਈ ਹੁੰਦਾ ਫਿਰ ਮਾਯੂਸੀਆਂ ਬਹੁਤ ਆਉਂਦੀਆਂ, ਮਾਯੂਸੀਆਂ ਦੇ ਰਿਐਕਸ਼ਨਸ ਫਿਰ ਬਹੁਤ ਭੈੜੇ ਹੁੰਦੇ ਨੇ। ਹਾਂਜੀ ਇਹ ਸਿਚੁਏਸ਼ਨ ਹੈਲਦੀ ਸਿਚੁਏਸ਼ਨ ਨਹੀਂ ਹੈ। ਤੇ ਹਾਂਜੀ ਇੱਕ ਫਾਰਮਰਸ ਨੇ ਪੋਲੀਟੀਕਲ ਪਾਰਟੀਆਂ ਤੋਂ ਵੀ ਦੂਰੀ ਦੀ ਗੱਲ ਤਾਂ ਅਲੱਗ ਹੈ, ਨਫ਼ਰਤ ਵਾਲੀ ਜਿਹੜੀ ਗੱਲ ਰੱਖੀ ਹੈ ਨਾ, ਇਹ ਸਭ ਨੂੰ ਨਾਲ ਲਏ ਬਿਨਾ ਕੰਮ ਅੱਗੇ ਚੱਲਣਾ ਨਹੀਂ। ਹਾਂਜੀ ਸਭ ਨੂੰ ਹਾਂਜੀ ਨਾਲ ਲੈ ਕੇ ਚੱਲਣਗੇ। ਸਭ ਤੋਂ ਪਹਿਲਾਂ ਇਹ ਸਿਆਣੇ ਬੰਦੇ ਬੈਠ ਕੇ ਰਾਏ ਲੈ ਕੇ ਇਸ ਐਕਟ ਦੇ ਵਿੱਚ ਕੀ ਨੁਕਸ ਹੈ ਤੇ ਕੀ ਸੋਧ ਹੋਣੀ ਚਾਹੀਦੀ ਹੈ, ਉਹ ਚਾਰਟਰ ਬਣਾ ਕੇ ਚੱਲਣਗੇ ਤਾਂ ਇਹ ਕਾਮਯਾਬ ਹੋਊ। ਅੱਛਾ, ਚਲੋ ਆਪਾਂ ਪੋਲੀਟੀਕਲ ਪਾਰਟੀਆਂ ਦਾ ਪ੍ਰੋਗਰਾਮ ਦੇ ਮਿਡ ਜੇ 'ਚ ਕਰਾਂਗੇ। ਇਹ ਜਿਹੜੀ ਕਿਸਾਨਾਂ ਦੀ ਐਜੀਟੇਸ਼ਨ ਫਿਲਹਾਲ ਜਿਹੜੀ ਚੱਲ ਰਹੀ ਹੈਗੀ ਆ, ਉੱਥੇ ਵਿੱਚ ਕਿੱਥੇ ਕਿ ਇਹਨਾਂ ਦੀ ਕਮੀ ਰਹੀ ਹੈਗੀ ਆ, ਜਾਂ ਜੇ ਕਿ ਜਿਵੇਂ ਤੁਸੀਂ ਸਟਰੋਂਗ ਮੋਮੈਂਟਮ ਹੋ ਜਾਂਦਾ ਤੇ ਕੰਕਰੀਟ ਇਹ ਜੀ 8 ਦਾ 10.2 ਜਾਂ 3 ਜਿਹੜੇ ਵੀ ਚਾਹੁੰਦੇ ਹੈਗੇ ਕਰਦੇ ਪਏ ਅਸੀਂ, ਇਹਦੇ ਤੋਂ ਘੱਟ ਸਾਨੂੰ ਕੋਈ ਮਨਜ਼ੂਰ ਨਹੀਂ। ਉਹ ਕੀ ਅਜੇ ਵੀ ਕੀ ਇਹਨਾਂ ਨੂੰ ਕਰਨਾ ਚਾਹੀਦਾ ਹੈਗਾ ਫਾਰਮਰ ਆਰਗੇਨਾਈਜੇਸ਼ਨ ਨੂੰ? ਇੱਕ ਤਾਂ ਇਹਨਾਂ ਨੂੰ ਇਸ ਐਕਟ ਦੀ ਐਜੂਕੇਸ਼ਨ ਸਾਰਿਆਂ 'ਚ ਕਰਨੀ ਚਾਹੀਦੀ ਹੈ ਆਪਣੇ ਵਿਊ ਪੁਆਇੰਟ ਤੋਂ, ਜੋ ਉਹਨਾਂ ਦਾ ਵਿਊ ਪੁਆਇੰਟ ਲੱਗਦਾ। ਹਾਂਜੀ ਪਲੱਸ ਐਜੂਕੇਸ਼ਨ ਇਹ ਵੀ ਕਰਨੀ ਚਾਹੀਦੀ ਹੈ ਕਿ ਇਹ ਐਕਟਸ ਦੇ ਵਿੱਚ ਕੀ ਅਮੈਂਡਮੈਂਟਸ ਦੀ ਲੋੜ ਹੈ। ਕੱਲਾ ਇਹੀ ਐਜੂਕੇਸ਼ਨ ਕਰ ਲੈਣੀ ਕਿ ਕਾਲੇ ਕਾਨੂੰਨ ਵਾਪਸ ਲਓ, ਇਹਦੇ ਨਾਲ ਗੱਲ ਨਹੀਂ ਬਣਨੀ। ਹਾਂਜੀ ਤੀਸਰੀ ਚੀਜ਼, ਇਹਨਾਂ ਨੂੰ ਐਜੀਟੇਸ਼ਨ ਦੇ ਟਾਈਮਿੰਗਸ ਹੈ ਜਿਹੜੇ ਉਹ ਆਪਣੇ ਕਰੈਕਟ ਕਰਨੇ ਚਾਹੀਦੇ ਹੈ। ਇਹ ਹਾਰਵੈਸਟਿੰਗ ਤੇ ਸੋਇੰਗ ਦੇ ਨਾਲ ਮੈਚ ਕਰਕੇ ਇਹਨਾਂ ਦਾ ਇੰਪਿਊਟਸ ਹੈ ਜਿਹੜਾ ਰਫਤਾਰ ਹੈ ਜਿਹੜਾ ਉਹਦੇ ਵਿੱਚ ਕਮੀ ਆਊਗੀ ਤੇ ਉਹ ਆਈ ਹੈ। ਇਹ ਖਦਸ਼ਾ ਵੀ ਸੀ ਤੇ ਗੱਲ ਵੀ ਸੱਚਾਈ ਹੈ। ਹਾਂਜੀ ਹਾਂਜੀ ਇੱਕ ਜਿਵੇਂ ਹੁਣੇ ਮੋਦੀ ਸਾਹਿਬ ਦਾ ਬਿਆਨ ਆਇਆ ਵੀ ਅਸੀਂ ਇਹਦੇ ਤੇ ਬਿਲਕੁਲ ਕੋਈ ਵਾਪਸ ਜਾਣੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੈਗਾ। ਦੇਖੋ, ਜਦੋਂ ਸਿਟੀਜ਼ਨ ਅਮੈਂਡਮੈਂਟ ਬਿੱਲ ਆਏ ਸੀ, NCR ਆਏ ਸੀ, ਜਿਹੜੇ ਕਾਨੂੰਨ ਬਣੇ ਹੈਗੇ ਆ, ਉਹ 22 ਕਰੋੜ ਦੇ 22 ਕਰੋੜ ਮੁਸਲਿਮ ਪਾਪੂਲੇਸ਼ਨ ਆ। ਦਿੱਲੀ ਸ਼ਹੀਨ ਬਾਗ ਵਿੱਚ ਪਤਾ ਨਹੀਂ 6 ਮਹੀਨੇ ਲੱਗਾ ਰਿਹਾ ਸੀ, ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸੀ ਸਰਕੀ। ਤੇ ਜੇ ਸਰਕਾਰ 22 ਕਰੋੜ ਲੋਕਾਂ ਦੀ ਪਰਵਾਹ ਨਹੀਂ ਕਰਦੀ, 2-3 ਕਰੋੜ ਦੀ ਕਿਉਂ ਪਰਵਾਹ ਕਰੇਗੀ? ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਬਿਲਕੁਲ ਸੱਚਾਈ ਹੈ। ਗਵਰਨਮੈਂਟ ਦੀ ਪਾਲਿਸੀ ਹੈ ਕਿ ਇਹਨਾਂ ਨੂੰ ਥਕਾ ਦਿਓ, ਕੋਈ ਰਿਐਕਸ਼ਨ ਨਾ ਕਰੋ, ਇਹਦੇ ਤੇ ਕੋਈ ਜੋ ਬਿਆਨਬਾਜ਼ੀ ਨਾ ਕਰੋ, ਕੋਈ ਨੈਗੋਸ਼ੀਏਸ਼ਨ ਨਾ ਕਰੋ। ਇਸ ਗਵਰਨਮੈਂਟ ਦੀ ਇਹ ਪਾਲਿਸੀ ਰਹੀ ਹੈ। ਸ਼ਾਹੀਨ ਬਾਗ ਚੋਂ ਬੈਠੇ ਰਹੇ ਆ, ਕੋਈ ਨੈਗੋਸ਼ੀਏਸ਼ਨ ਕਰਨ ਨਹੀਂ ਗਿਆ। ਜਿਸ ਕਿਥੇ ਤੇ ਵੀ ਗਵਰਨਮੈਂਟ ਦੇ ਮੁੱਦੇ ਤੇ ਵਿਦਰੋਹ ਹੋਇਆ ਉਹਨਾਂ ਨਾਲ ਇਹਨਾਂ ਨੇ ਨੈਗੋਸ਼ੀਏਟ ਕਰਨ ਵਾਲਾ ਮਿਡਲ ਪਾਥ ਕਦੇ ਅਡਾਪਟ ਨਹੀਂ ਕੀਤਾ। ਇਹ ਗਵਰਨਮੈਂਟ ਦੀ ਇੱਕ ਰਿਫਲੈਕਸ਼ਨ ਹੈ, ਇੱਕ ਇਹਦੀ ਛਵੀ ਹੈ ਸਰਕਾਰ ਦੀ। ਇਹ ਹੁਣ ਵੀ ਇਹਨਾਂ ਨੇ ਉਸੇ 'ਚ ਹੀ ਰਹਿਣਾ। ਮੈਂ ਪਹਿਲੇ ਦਿਨ ਵੀ ਕਿਹਾ ਸੀ, ਕਦੇ ਟਸ ਤੋਂ ਮਸ ਨਹੀਂ ਹੋਣਗੇ। ਹਾਂਜੀ ਹਾਂਜੀ ਇਹ ਫਿਰ ਚਲੋ ਕਿਸਾਨਾਂ ਦਾ ਕੀ ਬਣੇਗਾ ਜੇ ਟਾਇਰ ਆਊਟ ਹੋ ਕੇ ਮਤਲਬ ਚੁੱਪ ਕਰਕੇ ਬੈਠ ਜਾਣਗੇ? ਕੀ ਲੱਗਦਾ ਕਿ ਜਾਂ ਕੁਛ ਨਾ ਕੁਛ ਇਹਨਾਂ ਨੂੰ ਇਨਸਾਫ ਮਿਲ ਜਾਏਗਾ? ਦੇਖੋ, ਇਹ ਫਿਲਹਾਲ ਤਾਂ ਇਮੀਡੀਏਟ ਨੈਗੇਟਿਵ ਇੰਪੈਕਟ ਨਹੀਂ ਆਊਗਾ। ਪ੍ਰੋਕਿਉਰਮੈਂਟ ਹੋਊਗੀ, ਹੁਣ ਰਾਈਸ ਦੀ ਪ੍ਰੋਕਿਉਰਮੈਂਟ ਹੋ ਹੀ ਰਹੀ ਹੈ, ਅਗਲੀ ਕਣਕ ਦੀ ਵੀ ਹੋਊਗੀ। ਇਹਦੇ ਲਈ ਲੌਂਗ ਟਰਮ ਪਾਲਿਸੀ ਕਿਸਾਨਾਂ ਨੂੰ ਸੋਚਣੀ ਪੈਣੀ ਹੈ। ਕਿਸਾਨ ਆਰਗੇਨਾਈਜੇਸ਼ਨਸ ਲਾਮਬੰਦ ਨਹੀਂ ਹੈ, ਇਹਨਾਂ 'ਚ ਟੌਲ ਲੀਡਰਸ ਨਹੀਂ ਹੈ ਜਿਵੇਂ ਕਿਸੇ ਵਕਤ ਹੋਇਆ ਕਰਦੇ ਸੀ। ਬਹੁਤ ਵੱਡੀ ਆਰਗੇਨਾਈਜੇਸ਼ਨ ਸੀ ਕਿਸਾਨ ਦੀ। ਹੁਣ ਇੱਕ ਦੌਰ ਸੀਗਾ ਜਦ 70 ਤੋਂ ਲੈ ਕੇ 85 ਤੱਕ ਦਾ, ਜਾਂ 65 ਤੋਂ ਵੀ ਲੈ ਲਈਏ, ਕਿਸਾਨ ਆਰਗੇਨਾਈਜੇਸ਼ਨ ਬੜੀ ਸਟਰੋਂਗ ਸੀ। ਰੇਲ ਯੂਨੀਅਨ ਬੜੀ ਸਟਰੋਂਗ ਸੀ, ਸੂਤੀ ਮਿਲ ਵਾਲੀ ਬਹੁਤ ਸਟਰੋਂਗ ਸੀ, ਟ੍ਰੇਡ ਯੂਨੀਅਨਸ ਬਹੁਤ ਸਟਰੋਂਗ ਸੀ, ਟਰੱਕ ਯੂਨੀਅਨਸ ਬਹੁਤ ਸਟਰੋਂਗ ਸੀ। ਅੱਜ ਸਾਰੇ ਹੀ ਖਤਮ ਹੋ ਗਏ। ਐਂ ਲੱਗਦਾ ਕਿ ਲੋਕਾਂ ਦੇ ਵਿੱਚ ਮੱਦਾ ਹੀ ਨਹੀਂ ਰਿਹਾ ਆਪਣੇ ਹੱਕਾਂ ਲਈ ਲੜਨ ਲਈ। ਹਾਂਜੀ 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 ਬਿਲਕੁਲ ਠੀਕ ਹੈ। ਅੱਛਾ, ਇੱਕ ਦੋ ਟਾਟਾ ਸਾਹਿਬ ਹੋਰ ਗੱਲਾਂ ਦੱਸੋ। ਕੈਪਟਨ ਅਮਰਿੰਦਰ ਸਿੰਘ ਜੀ ਨੇ ਬਿੱਲ ਚਲੋ ਬਣਾ ਕੇ ਅਗਲਾ ਪ੍ਰੋਸੈਸ ਹੁਣ ਦੇਖੋ ਕੀ ਹੁੰਦਾ ਕੀ ਨਹੀਂ ਹੈਗਾ। ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ ਹੀ ਆਪਣੇ ਉਹਨਾਂ ਨੇ ਪ੍ਰੈਸ ਕਾਨਫਰੰਸ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਇਹਨਾਂ ਬਿੱਲਾਂ ਦੇ ਮੌਜੂਦਾ ਸਰੂਪ ਨੂੰ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ। ਉਹ ਕਹਿੰਦੇ ਵੀ ਜੇ ਉਹ ਪੂਰਾ ਸਟੇਟ ਦਾ ਮੰਡੀ ਦਾ ਕਨਸੈਪਟ ਰੱਖਦੇ ਤੇ ਇਹ ਗਵਰਨਰ ਦੇ ਅਪਰੂਵਲ ਹੋ ਜਾਣੀ ਸੀ। ਇਹ ਬਿੱਲ ਕੀ ਹੈਗਾ ਜਾਂ ਇਹ ਕਨਸੈਪਟ ਕੀ ਹੈਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ? ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਬੜੇ ਵਿਸਤਾਰ ਦੇ ਨਾਲ ਪ੍ਰੈਸ ਕਾਨਫਰੰਸ ਦੱਸਿਆ ਹੈ ਕਿ ਜਿਹੜੇ ਇਹ 3 ਬਿੱਲ ਹੈ ਸੈਂਟਰ ਦੇ,
ਜਿਹੜੇ ਐਪਰੈਂਟਲੀ ਤਾਂ ਹੀ ਸੈਂਟਰ ਨੇ ਬਣਾਏ ਜੇ ਕੰਕਰੈਂਟ ਲਿਸਟ 'ਚ। ਹਾਂਜੀ ਐਂਡ ਇਹਨਾਂ ਨੇ ਉਹਦੇ 'ਚ ਅਮੈਂਡਮੈਂਟ ਕਰਕੇ ਤਸਲੀਮ ਕਰ ਲਿਆ ਕਿ ਉਹ ਕੰਕਰੈਂਟ ਲਿਸਟ 'ਚ। ਹਾਂਜੀ ਜਦ ਇਹਨਾਂ ਨੇ ਤਸਲੀਮ ਕਰ ਲਿਆ ਤਾਂ ਇਹਨਾਂ ਦੀ ਜਿਹੜੀਆਂ ਅਮੈਂਡਮੈਂਟਸ ਹੈ ਉਹ ਗਵਰਨਰ ਨਹੀਂ ਕਰ ਸਕਦਾ, ਨਹੀਂ ਉਹ ਕਰ ਉਹ ਪ੍ਰੈਜ਼ੀਡੈਂਟ ਕੋਲ ਜਾਣਗੀਆਂ, ਅਲਟੀਮੇਟਲੀ ਪਾਰਲੀਮੈਂਟ 'ਚ ਜਾਣਗੀਆਂ। ਤੇ ਹਾਂਜੀ। ਜੇ ਇਹ ਕਿਤੇ AMPC ਐਕਟ ਦੇ ਵਿੱਚ ਅਮੈਂਡਮੈਂਟ ਕਰ ਲੈਂਦੇ, ਉਹਦੇ 'ਚ ਲੈ ਆਂਦੇ ਕਿ ਪੂਰਾ ਪੰਜਾਬ ਯਾਰਡ ਹੈ, ਤਾਂ ਇਹ ਪ੍ਰਾਈਵੇਟ ਮੰਡੀ ਕਿਤੇ ਲੱਗ ਹੀ ਨਹੀਂ ਸਕਦੀ ਸੀ। ਉਹ ਤਾਂ ਯਾਰਡ ਹੈ, ਯਾਰਡ ਦੇ ਬਾਹਰ ਲੌਜਿਕ ਹੈ ਇਸ ਦੇ ਵਿੱਚ। ਹਾਂਜੀ ਹਾਂ ਇਹ ਸਟੇਟ ਲਾਅ ਹੈ, ਜਿਹੜਾ ਸਟੇਟ ਲਾਅ ਹੈ ਉਹ ਗਵਰਨਰ ਨੇ ਅਸੈਂਟ ਦੇਣੀ ਹੈ, ਜਾਂ ਇਹਦੇ ਇਲਾਵਾ ਇੱਕ ਹੋਰ ਕਰ ਸਕਦੇ ਸੀ ਬੜਾ ਕਲੀਅਰ। ਇਹ ਨਵਾਂ ਐਗਰੀਕਲਚਰ ਐਕਟ ਲੈ ਆਂਦੇ, ਟੋਟਲ ਐਗਰੀਕਲਚਰ ਜਿਹੜਾ ਗਵਰਨਰ ਦੇ ਪ੍ਰੀਵਿਊ ਤੱਕ ਰਹਿੰਦਾ, ਮਤਲਬ ਐਗਰੀਕਲਚਰ ਪ੍ਰੋਡਿਊਸ ਐਕਟ ਲੈ ਕੇ ਆਂਦੇ। ਐਗਰੀਕਲਚਰ ਪ੍ਰੋਡਿਊਸ ਐਕਟ ਦੇ ਵਿੱਚ ਕਰਦੇ ਕਿ ਕੋਈ ਬੰਦਾ MSP ਤੋਂ ਹੇਠਾਂ ਨਹੀਂ ਖਰੀਦ ਸਕਦਾ। ਹਾਂ ਬਿਲਕੁਲ ਠੀਕ ਹੈ। ਉਹ ਜ਼ਿਆਦਾ ਉਹਦੇ 'ਚ ਪ੍ਰੋਵੀਜ਼ਨ ਬਣਾਉਂਦੇ, ਉਹਦੇ 'ਚ ਲਾ ਦਿੰਦੇ ਕਿ ਜਿਹੜਾ ਖਰੀਦੂਗਾ ਫਾਰਮਰਸ ਦਾ ਵੈਲਫੇਅਰ ਟੈਕਸ ਵੀ ਦਊਗਾ, ਉਹ ਵੈਲਫੇਅਰ ਟੈਕਸ ਲਗਾ ਲੈਂਦੇ। ਉਹ ਲਾ ਸਕਦੇ ਸੀ, ਸਟੇਟ ਦਾ ਪ੍ਰਵਿਊ ਹੈ, ਫਾਰਮਰਸ ਵੈਲਫੇਅਰ ਫੰਡ ਉਹਦੇ 'ਚ। ਉਹ ਫਿਰ ਉਹ ਕਾਨੂੰਨ ਸਟੇਟ ਦਾ ਕਾਨੂੰਨ ਰਹਿਣਾ ਸੀ, ਉਹ ਐਗਰੀਕਲਚਰ ਦਾ ਪਿਓਰ ਕਾਨੂੰਨ ਰਹਿਣਾ ਸੀ, ਉਹਦਾ ਮੀਨਿੰਗਫੁਲ ਹੋਣਾ ਸੀ। ਪਰ ਕੈਪਟਨ ਅਮਰਿੰਦਰ ਸੈਂਟਰ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਹਾਂ ਉਹੀ ਗੱਲ, ਮਤਲਬ ਉਹ ਚਾਹੁੰਦੇ ਨੇ ਇੱਕ ਪਾਸੇ ਉਹਨਾਂ ਨੂੰ ਆਪਣੀ ਸਰਕਾਰ ਦੀ ਬਰਖਾਸਤੀ ਦੀ ਡਰ ਹੋਣੀ, ਉਹਨਾਂ ਦਾ ਵੀ ਡਿਸਪਲੇਜ਼ਰ ਨਹੀਂ ਲੈਣਾ ਚਾਹੁੰਦੇ। ਉਹ ਬਰਖਾਸਤੀ ਨਹੀਂ, ਹੀ ਵਾਂਟਸ ਟੂ ਡੂ ਰਨ ਹਿਸ ਗਵਰਨਮੈਂਟ ਪੀਸਫੁਲੀ। ਬਰਖਾਸਤੀ ਤਾਂ ਦੇਖੋ ਇਹ ਦੌਰ ਲੰਘ ਗਏ ਬਰਖਾਸਤੀ ਦੇ। ਵੈਸਟ ਬੰਗਾਲ ਨਾਲ ਇੰਨੀ ਕੜਪਤਨ ਹੈ ਮੌਜੂਦਾ ਯੂਨੀਅਨ ਗਵਰਨਮੈਂਟ ਦੀ, ਉਹ ਨਹੀਂ ਬਰਖਾਸਤ ਕਰ ਸਕੇ। ਇਹ ਪੰਜਾਬ ਨੂੰ ਕਿੱਥੋਂ ਬਰਖਾਸਤ ਕਰ ਜਾਣਗੇ? ਤਾਂ ਨਾ ਗਲਤ ਹੈ। ਦੇਖੋ ਕਨਸਟੀਟਿਊਸ਼ਨਲ ਕ੍ਰਾਈਸਿਸ ਆਉਣਗੀਆਂ ਤਾਂ ਬਰਖਾਸਤ ਹੋਊ। ਵੈਸਟ ਬੰਗਾਲ ਦੇ ਵਿੱਚ ਸਿੱਧੀ ਗਵਰਨਰ ਨੂੰ ਚੁਣੌਤੀ ਦੇ ਰਹੇ ਹੈ, ਇਨੇ ਵੇ ਕਨਸਟੀਟਿਊਸ਼ਨਲ ਹੈਡ ਦੀ ਡਿਫਾਈਂਸ ਹੋ ਰਹੀ, ਤਾਂ ਉੱਥੇ ਨਹੀਂ ਡਿਸਮਿਸ ਹੋਈ ਤਾਂ ਇੱਥੇ ਕਿਉਂ ਡਿਸਮਿਸ ਹੋਊਗੀ? ਹਾਂ ਬਿਲਕੁਲ ਠੀਕ। ਇਦਾਂ ਹੀ ਹੈ ਉਹ ਜਿਹੜੀ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਜਿਹੜੀ ਕਾਂਗਰਸ ਦੀ ਸਰਕਾਰ ਆ, ਉਹਨਾਂ ਨੇ ਵੀ ਕਿਹਾ ਅਸੀਂ ਪੰਜਾਬ ਦੇ ਪੈਟਰਨ ਤੇ ਅਸੀਂ ਇੱਧਰ ਵੀ ਬਿੱਲ ਬਣਾਵਾਂਗੇ। ਜਦ ਕਿ ਤੋਮਰ ਸਾਹਿਬ ਨੇ ਇਹਨਾਂ ਦਾ ਜਦੋਂ ਸਟੇਟ ਦਾ ਪੰਜਾਬ ਦਾ ਬਣਿਆ ਸੀ, ਉਹਨੇ ਕਿਹਾ ਸੀ ਅਸੀਂ ਇਹਦਾ ਦੇਖਾਂਗੇ, ਵਿਚਾਰ ਕਰਾਂਗੇ ਕਿਸਾਨਾਂ ਦੇ ਇੰਟਰਸਟ ਵਿੱਚ ਕੀ ਬੈਸਟ ਅਸੀਂ ਕਰ ਸਕਦੇ ਹਾਂ। ਦੇਖੋ ਮਹਾਰਾਸ਼ਟਰ ਗਵਰਨਮੈਂਟ ਦਾ ਲਾਈ ਨਹੀਂ ਨਾ ਹੈਗੀ ਬੀਜੇਪੀ ਦੀ, ਉਹ ਤਾਂ ਮਜਬੂਰੀ ਨਹੀਂ ਸੀ, ਉਹਨਾਂ ਨੇ ਤਾਂ ਸਪੋਰਟ ਕੀਤਿਆਂ ਬਿੱਲਾਂ ਨੂੰ। ਦੇ ਹੈਵ ਸਪੋਰਟਡ ਥੀਸ ਬਿਲਸ। ਮਹਾਰਾਸ਼ਟਰ ਦਾ ਚੀਫ ਮਿਨਿਸਟਰ ਕਮੇਟੀ ਦਾ ਹੈਡ ਸੀ। ਅੱਛਾ ਜਿਹੜੀ ਉਹ ਫਿਰ ਕਿਸ ਲੌਜਿਕ ਨਾਲ ਉਹ ਆਪਣੇ ਐਕਸੈਪਟ ਕਰਨਗੇ? ਸਭ ਸਿਆਸਤ ਖੇਲਣ ਲੱਗੇ ਹੋਏ ਆ ਹੁਣ। ਉਹ ਉੱਤੋਂ ਪ੍ਰੈਸ਼ਰ ਚਲੇ ਗਿਆ ਹੋਣਾ ਕਾਂਗਰਸ ਹਾਈ ਕਮਾਂਡ ਦਾ, ਉਹ ਸਹਿਯੋਗੀ ਪਾਰਟੀ ਆ, ਉਹਨਾਂ ਨੇ ਪ੍ਰੈਸ਼ਰ ਪਾਇਆ ਹੋਣਾ ਗਵਰਨਮੈਂਟ ਤੇ ਉਹਨਾਂ ਨੂੰ। ਹਾਂਜੀ ਬਿਲਕੁਲ ਠੀਕ ਹੈ। ਤੇ ਦੇਖੋ ਮੋਦੀ ਗਵਰਨਮੈਂਟ ਬੜੀ ਡਿਟਰਮਿੰਡ ਹੈ। ਉਹ ਡਿਟਰਮਿੰਡ ਹੈ ਕਿ ਜਦ ਤੱਕ ਇਹ ਬਿਲਸ ਨਹੀਂ, ਐਕਟਸ ਆ ਜਿਹੜੇ ਇਹ ਲਾਗੂ ਨਹੀਂ ਹੁੰਦੇ, ਉਦੋਂ ਤੇ ਪ੍ਰਾਈਵੇਟ ਇਨਵੈਸਟਮੈਂਟਾਂ ਨੇ। ਦੇ ਵਾਂਟ ਪ੍ਰਾਈਵੇਟ ਇਨਵੈਸਟਮੈਂਟ। ਹੁਣ ਇੰਡੀਅਨ ਗਵਰਨਮੈਂਟ ਦਾ ਜੇ ਤੁਸੀਂ ਸੋਚੋ ਕਿ ਉਹ ਇਨਵੈਸਟਮੈਂਟ ਕਰਨਗੇ, ਹਾਲਾਤ ਨਹੀਂ ਹੈ ਇੰਡੀਅਨ ਗਵਰਨਮੈਂਟ ਦੇ। ਇੱਕ ਤਾਂ ਕਰੋਨਾ ਕਰਕੇ ਗਵਰਨਮੈਂਟ ਦਾ ਰੈਵਨਿਊ ਬਹੁਤ ਡਾਊਨ ਚਲੇ ਗਿਆ, ਆਉਣ ਵਾਲੇ ਸਮੇਂ 'ਚ ਬਹੁਤ ਇਨਫਲੇਸ਼ਨ ਵੀ ਆਣੀ ਹੈ। ਤੀਸਰੀ ਗੱਲ ਇਹ ਹੈ ਕਿ ਸਾਡੀ ਇਨਵੈਸਟਮੈਂਟ ਔਨ ਡਿਫੈਂਸ ਬਹੁਤ ਵਧਣੀ ਹੈ, ਬਹੁਤ ਵੱਧ ਗਈ। ਹਾਂਜੀ ਚਾਈਨਾ 30 ਸਾਲ ਦਾ 35 ਸਾਲ ਦਾ ਲਗਾਤਾਰ GDP ਦਾ 5 ਤੋਂ 6% ਡਿਫੈਂਸ ਤੇ ਖਰਚ ਰਿਹਾ। ਇੰਡੀਆ ਦੀ ਐਕਸਪੈਂਡੀਚਰ ਲਿਟਲ ਮੋਰ ਦੈਨ 2 ਹੈ, ਲਿਟਲ ਮੋਰ ਦੈਨ 2। ਉਹਨਾਂ ਦੀ GDP ਸਾਡੇ ਨਾਲੋਂ, ਉਹਨਾਂ ਦੀ ਇਕਨੋਮੀ 4 ਟਾਈਮਸ ਤੋਂ ਜ਼ਿਆਦਾ ਵੱਡੀ ਹੈ। ਹੁਣ ਮੈਚ ਜਾਂ ਤਾਂ ਸਕੰਬ ਕਰ ਜਾਣ, ਕਿਉਂਕਿ ਪਹਿਲੀ ਗਵਰਨਮੈਂਟਸ ਦੀ ਪਾਲਿਸੀ ਇਹ ਰਹੀ ਸੀ ਕਿ ਚਾਈਨਾ ਨਾਲ ਸਿੰਘ ਹੀ ਨਾ ਵਸਾਓ, ਜੋ ਕਰਦਾ ਕਰੀ ਜਾਣ ਦਿਓ। ਉਦੋਂ ਮਨਮੋਹਨ ਸਿੰਘ ਜੀ ਦੇ ਟਾਈਮ 'ਚ ਜਦ ਚਾਈਨਾ ਨੇ ਇਹੀ ਕੁਝ ਕੀਤਾ ਸੀ, ਉਦੋਂ ਮਨਮੋਹਨ ਸਿੰਘ ਜੀ ਦਾ ਸਟੇਟਮੈਂਟ ਹੈ, ਪ੍ਰੈਸ ਨੂੰ ਕਹਿੰਦੇ ਸੀ ਇਹ ਇਸ਼ੂ ਚੱਕੋ ਨਾ, ਚਾਈਨਾ ਨਾਰਾਜ਼ ਹੋ ਜਾਓ, ਇਗਨੋਰ ਦਿਸ ਇਸ਼ੂ। ਇੰਡੀਆ ਪਿੱਛੇ ਹਟੀ ਜਾਂਦਾ ਸੀ। ਇਸ ਗਵਰਨਮੈਂਟ ਨੇ ਰਿਜ਼ੋਲਵ ਦਿਖਾਇਆ ਕਿ ਅਸੀਂ ਨਹੀਂ ਪਿੱਛੇ ਹਟਣ ਦੇਣਾ। ਹੁਣ ਉਹਦੇ ਲਈ ਇਨਵੈਸਟਮੈਂਟ ਹੋਊਗੀ। ਚਾਈਨਾ ਕੋਲ ਸਟ੍ਰੈਟੇਜਿਕਲੀ ਇੰਡੀਆ ਨਾਲੋਂ ਕਈ ਜਗ੍ਹਾ ਤੇ ਡੋਮੀਨੀਅੰਸ ਜ਼ਿਆਦਾ ਹੈ। ਉਹਨਾਂ ਦੀ ਜਿਹੜੀ ਆਰਮੀ ਹੈ, ਉਹਨਾਂ ਦੀ ਆਰਮੀ ਕੋਲ ਇਨਫੋਰਮੇਸ਼ਨ ਟੈਕਨੋਲੋਜੀ ਦਾ, ਸੈਟੇਲਾਈਟ ਦਾ ਬਹੁਤ ਜ਼ਿਆਦਾ ਸਿਕਿਉਰਿਟੀ ਹੈ। ਉਹ ਸਾਡੇ ਕਮਾਂਡਸ ਨੂੰ ਅਫੈਕਟ ਕਰ ਸਕਦੇ ਆ, ਸਾਡੀ ਆਰਮੀ ਦੀਆਂ, 에ਅਰਫੋਰਸ ਦੀਆਂ ਕਮਾਂਡਸ ਨੂੰ, ਸੈਟੇਲਾਈਟਸ ਨੂੰ ਜੈਮ ਕਰਕੇ, ਸਾਡੀ ਕਮਿਊਨੀਕੇਸ਼ਨ ਜੈਮ ਕਰਕੇ। ਫਿਰ ਉਹਨਾਂ ਕੋਲ
ਮਾਡਰਨਾਈਜ਼ਡ ਮੈਕਨਾਈਜ਼ਡ ਆਰਮੀ ਜ਼ਿਆਦਾ ਹੈ। ਸਾਡੀਆਂ ਹਾਂਜੀ। ਤੋਪਾਂ 70% ਟੋ ਕਰਨ ਵਾਲੀਆਂ, ਉਹਨਾਂ ਦੀਆਂ 70% ਮਾਊਂਟਡ ਹੈ ਵਹੀਕਲ ਦੇ ਉੱਤੇ, ਉਹਨਾਂ ਦੀਆਂ ਰੋਡਸ ਐਂਡ ਬਾਰਡਰ ਤੱਕ ਹੈ। ਸੜਕ ਸਾਡੀਆਂ ਬਣਾਈ ਹੈ। ਰੋਡਸ ਬਾਰਡਰ ਤੋਂ 5-5 10-10 ਪਿੱਛੇ ਮਸਾਂ ਹੁਣ ਪਹੁੰਚੀਆਂ, ਇੱਕ ਪੁਲ ਹੁਣ ਬਣਾਇਆ ਹੈ, ਰੋਹਤਾਂਗ ਹਾਂਜੀ। ਟਨਲ ਮਸਾਂ ਕੰਪਲੀਟ ਹੋਈ ਹੈ। ਹਾਂਜੀ। ਸਾਡੀ ਮੂਵੇਬਿਲਿਟੀ ਹੈ ਜਿਹੜੀ, ਸਾਡੀ ਪੂਰੀ ਡਿਪਲੋਇਮੈਂਟ ਡਿਫੈਂਸਿਵ ਹੈ, ਉਹਨਾਂ ਦੀ ਪੂਰੀ ਡਿਪਲੋਇਮੈਂਟ ਡਿਫੈਂਸਿਵ ਹੈ। ਉਹਨਾਂ ਦੀ ਮੂਵਮੈਂਟ ਜਿਹੜੀ ਹੈ, ਉਹ ਜਿਹੜੀ ਇੱਕ ਦਿਨ ਚ ਕਰਦੇ ਆ, ਸਾਨੂੰ 5 ਦਿਨ ਲੱਗਦੇ ਆ ਮੂਵਮੈਂਟ ਕਰਨ ਨੂੰ। ਬਿਲਕੁਲ ਬਿਲਕੁਲ। ਇਸ ਕਰਕੇ ਅਸੀਂ ਈਸਟਰਨ ਸੈਕਟਰ ਦੇ ਵਿੱਚ ਸਾਡੀਆਂ ਡਿਵੀਜ਼ਨਸ ਡਿਪਲੋਇਡ ਹੈ, ਕਮਿਟਡ ਹੈ। ਇੱਧਰਲੇ ਸੈਕਟਰ ਦੇ ਵਿੱਚ, ਵੈਸਟਰਨ ਸੈਕਟਰ ਚ ਸਾਡੀਆਂ ਲਦਾਖ ਦੇ ਵਿੱਚ ਫੇਰ ਕਮਿਟਡ ਹੈ। ਉਹਨਾਂ ਨੇ ਲਗਾ ਕੇ ਦੋਨੇ ਜਗ੍ਹਾ ਸੈਂਟਰ ਦੇ ਵਿੱਚ ਡਿਵੀਜ਼ਨਸ ਬਣੀਆਂ ਰੱਖੀਆਂ ਹੋਈਆਂ, ਚਾਹੇ ਉਹਨੂੰ ਇੱਕ ਦਿਨ ਚ ਈਸਟ ਭੇਜ ਦੇ, ਚਾਹੇ ਇੱਕ ਦਿਨ ਚ ਇੱਧਰ ਭੇਜ ਦੇ। ਹਾਂਜੀ ਹਾਂਜੀ ਹਾਂਜੀ। ਹੁਣ ਉਹਨਾਂ ਨੇ ਜਿੰਨੀ ਉਹਨਾਂ ਦੀ ਐਸਟੈਬਲਿਸ਼ਮੈਂਟ ਹੈ, ਪੱਕੇ ਬੰਕਰਸ ਬਣੇ ਹੋਏ ਹੈ, ਜਿੰਨੀ ਉਹਨਾਂ ਦੀ ਫੋਰਸਿਸ ਹੈ ਉਹਦੇ ਨਾਲੋਂ 5 ਗੁਣਾ ਜ਼ਿਆਦਾ ਕੈਪੈਸਿਟੀ ਦੇ ਬਣੇ। ਹੁਣ ਇੰਡੀਆ ਨੇ ਮੈਚ ਕਰਨਾ ਪੈਣਾ ਇੰਡੀਆ ਨੂੰ। ਇੰਡੀਆ ਨੇ ਰਾਈਫਲਸ ਖਰੀਦੇ ਹੈ, ਮਹਿੰਗੇ ਭਾਅ ਤੇ ਖਰੀਦੇ, ਅਸੀਂ, ਸਾਡੀ ਮਜਬੂਰੀ ਹੈ। ਅਮਰੀਕਾ ਤਾਂ ਸਾਨੂੰ ਸਸਤਾ ਦਿੰਦਾ ਨਹੀਂ। ਹਾਂਜੀ ਬਿਲਕੁਲ ਬਿਲਕੁਲ। ਸੋ ਇਹ ਚਲੋ ਇਸੇ ਸੰਬੰਧ ਵਿੱਚ ਸਵਾਲ ਪੁੱਛ ਕੇ ਮੈਂ ਐਗਰੀਕਲਚਰ ਬਿਲ ਤੇ ਫੇਰ ਆਉਣਾ। ਇਹ ਜਿਹੜੀ ਇੰਟਰਨੈਸ਼ਨਲ ਡਿਪਲੋਮੈਸੀ ਆ, ਖਾਸ ਤੌਰ ਤੇ ਮੋਦੀ ਸਾਹਿਬ ਨੇ, ਚਲੋ ਇਹ ਤਾਂ ਵਧੀਆ ਕੰਮ ਕੀਤਾ ਹੈਗਾ। ਇਹ ਇਸ ਚਾਈਨਾ ਐਪੀਸੋਡ ਨੂੰ ਡਿਫਿਊਜ਼ ਕਰਨ ਲਈ ਕੁਝ ਇਫੈਕਟਿਵ ਰੋਲ ਪਲੇ ਕਰ ਸਕਦੀ ਹੈ? ਲੈਟਸ ਸੀ। ਜੇ ਪੂਰੀ ਵਰਲਡ, ਦੇਖੋ, ਪੂਰੀ ਵਰਲਡ ਮਿਲੀਟਰੀ ਲੜਾਈ ਨਹੀਂ ਲੜੂਗੀ ਚਾਈਨਾ ਨਾਲ, ਬਟ ਪੂਰੀ ਵਰਲਡ ਨੂੰ ਇਕਨੋਮਿਕ ਲੜਾਈ ਲੜਨੀ ਚਾਹੀਦੀ ਹੈ। ਹਾਂਜੀ। ਐਂਡ ਜੇ ਪੂਰੀ ਵਰਲਡ ਡਿਟਰਮਿਨ ਹੋ ਜਾਵੇ, ਮੀਨਸ ਡਿਵੈਲਪਡ ਵਰਲਡ, ਯੂਰਪ ਐਂਡ ਅਮਰੀਕਾ, ਚਾਈਨਾ ਕੈਨ ਬੀ ਬੈਡਲੀ ਕ੍ਰਿਪਲਡ। ਉਹਨਾਂ ਦੀ ਇਕਨੋਮੀ, ਉਹਨਾਂ ਤੋਂ ਮਾਲ ਲੈਣਾ ਬੰਦ ਕਰਨ। ਹਾਂਜੀ। ਇਹ ਇੰਡੀਆ ਕੋਲ ਸਾਰਾ ਹੀ ਜਿਹੜੇ ਅੱਛੇ ਅੱਛੇ ਦੇਸ਼ ਆ, ਉਹਨਾਂ ਕੋਲ ਮਾਲ ਲੈਣਾ ਬੰਦ ਕਰ ਦੇਣ, ਉਹ ਕਿੱਥੇ ਵੇਚ ਲਏਗਾ ਸਮਾਨ ਫਿਰ? ਦੇਖੋ, ਉਹਨਾਂ ਦੇ ਜਿਹੜੇ ਮਾਓ ਸੇ ਤੁੰਗ ਜੀ ਦੀ ਪਾਲਿਸੀ ਸੀ, ਇਕਨੋਮਿਕ ਪਾਵਰ ਬਣਨਾ, ਦੇ ਹੈਵ ਆਲਮੋਸਟ ਅਚੀਵਡ। ਹਾਂਜੀ। ਅਮਰੀਕਾ ਨੂੰ ਮੈਚ ਕਰ ਲੈਣਗੇ ਹੋਰ 20 ਸਾਲਾਂ ਚ, ਮੈਚ ਕਰ ਜਾਣਗੇ। ਆਲਰੇਡੀ ਨੰਬਰ 2 ਇਕਨੋਮੀ ਬਣ ਗਈ ਹੈ, ਕਈਆਂ ਨੂੰ ਪਿੱਛੇ ਛੱਡ ਕੇ। ਉਹ ਤਾਂ ਬਹੁਤ ਛੋਟੀਆਂ ਹੋ ਗਈਆਂ ਯੂਰਪੀਅਨ ਕੰਟਰੀਜ਼ ਦੀਆਂ ਇਕਨੋਮੀਜ਼। ਹੁਣ ਉਹਨਾਂ ਦੀ ਦੂਸਰੀ ਹੈਗੀ ਕਿ ਅਸੀਂ ਆਪਣਾ ਜਿਹੜਾ ਚਾਈਨਾ ਦਾ, ਉਹਨਾਂ ਦਾ ਸੁਪਨੇ ਵਾਲਾ ਰਾਜ ਹੈ, ਉਹ ਸਾਰੇ ਤੇ ਕਬਜ਼ਾ ਕਰ। ਉਹਨੇ ਸਾਰੇ ਮੁਲਕਾਂ ਨਾਲ ਕਿਤੇ ਨਾ ਕਿਤੇ ਕਬਜ਼ੇ ਕਰ ਲਏ ਬਾਰਡਰ ਦੇ। ਈਵਨ ਰਸ਼ੀਆ ਵਰਗੇ ਨੇ ਬਾਰਡਰ ਦੇ ਦਿੱਤੇ ਉਹਨਾਂ ਨੂੰ ਛੱਡ ਕੇ। ਜਿਹੜੇ ਦੂਜਿਆਂ ਦੇ ਦੱਬੇ ਹੋਏ, ਉਹ ਬੋਲਦੇ ਨਹੀਂ, ਉਹ ਕਮਜ਼ੋਰ ਹੈ। ਉਹ ਕਮਜ਼ੋਰ ਹੈ, ਬੋਲ ਨਹੀਂ ਸਕਦੇ ਵਿਚਾਰੇ ਦੇਸ਼। ਹੁਣ ਰਹਿ ਗਿਆ ਇੰਡੀਆ ਤੇ ਭੂਟਾਨ। ਭੂਟਾਨ ਤਾਂ ਰਹਿ ਗਿਆ ਕਿਉਂਕਿ ਇੰਡੀਆ ਦੇ ਉਹਨੂੰ ਹੱਥ ਹੈ। ਹੁਣ ਇੰਡੀਆ ਦਾ ਦੇਖੋ, ਤੁਸੀਂ ਮਾਈਕ ਦੇਖੋ ਨਾ, ਅਸੀਂ ਵਰਲਡ ਦੀ 4th ਮਿਲਟਰੀ ਪਾਵਰ ਹੈ, ਅਸੀਂ 4ਥੀ। ਹਾਂਜੀ। ਹੁਣ ਇੰਨੀ ਵੱਡੀ ਆਰਮੀ ਅਸੀਂ ਮੇਨਟੇਨ ਕਰ ਰਹੇ ਹਾਂ, ਉਹਦਾ ਖਰਚਾ ਤਾਂ ਸਾਡੇ ਤੇ ਹੀ ਪੈਣਾ। ਹੁਣ ਯੂਰਪੀਅਨ ਕੰਟਰੀਜ਼ ਤਾਂ ਮੌਜ ਨਾਲ ਬੈਠੇ ਆ, ਸਕੈਲਟਨ ਆਰਮੀਜ਼ ਆ ਉਹਨਾਂ ਦੀ, ਹਾਈਲੀ ਮੈਕਨਾਈਜ਼ਡ 에ਅਰ ਫੋਰਸ ਤੇ ਨੇਵੀਜ਼ ਹੈਗੀਆਂ ਜ਼ਰੂਰ। ਹੁਣ ਚਾਈਨਾ ਨੇਵੀ ਵੀ ਬਿਲਡ ਕਰਨੀ, ਉਹਨੇ ਮੈਸਿਵ ਸ਼ੁਰੂ ਕਰਤੀ। ਅੱਗੇ ਇੰਡੀਆ ਨੂੰ ਐਡਵਾਂਟੇਜ ਸੀਗਾ, ਹੁਣ ਇੰਡੀਆ ਨੂੰ ਮੈਚ ਕਰਨਾ ਪੈਣਾ ਚਾਈਨਾ ਨੂੰ। ਬਿਲਕੁਲ, ਹਾਂ। ਉਧਰ ਪੈਸਾ ਬਹੁਤ ਲਾਉਣਾ ਪੈਣਾ, ਬਜਟ ਬਹੁਤ ਉਧਰ ਡਿਮਾਂਡ ਕਰਨਾ ਨੇਵੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਗਵਰਨਮੈਂਟ ਇਨਵੈਸਟਮੈਂਟ ਸਮਝੋ ਐਗਰੀਕਲਚਰ ਸੈਕਟਰ 'ਚ ਹੋ ਜਾਊਗੀ, ਉਹ ਨਹੀਂ ਹੋਣੀ। ਦੇਖੋ ਸਿਸਟਮ ਦੇਖੋ ਨਾ ਸਰ। ਮੈਂ ਕਿਸੇ ਦੋਸਤ ਨਾਲ, ਇਕੋਨੋਮਿਸਟ ਨਾਲ ਬੈਠਾ ਸੀ, ਉਹ ਮੈਨੂੰ ਇਹ ਕਹਿੰਦਾ ਸੀ ਤੁਸੀਂ ਬੜੇ ਪ੍ਰੋਗਰਾਮ ਕੀਤੇ। ਉਹ ਕਹਿੰਦੇ ਸੀ ਵੀ ਮੈਨੂੰ ਲੱਗਦਾ ਹੈਗਾ, ਹਾਲਾਂ ਹੀ ਵਾਜ਼ ਨਿਊਟਰਲ ਮੈਨ, ਵੀ ਇਹ ਜਿਹੜੇ ਬਿੱਲ ਹੈਗੇ ਆ, ਕਾਫੀ ਹੱਦ ਤੱਕ ਇਹਨੂੰ ਫਾਰਮਰਸ ਨੂੰ ਇਹੋ ਵੀ ਜੇ ਇਨਵੈਸਟਮੈਂਟ ਆਏਗੀ ਪ੍ਰਾਈਵੇਟ, ਐਟਲੀਸਟ ਇਹਨਾਂ ਦਾ ਮਾਲ ਤਾਂ ਚੁੱਕ ਹੋ ਜਾਏਗਾ। ਮਤਲਬ ਕਿੱਥੇ ਕਿ ਜਾ ਕੇ ਕੰਪਰੋਮਾਈਜ਼ ਹੋ ਸਕਦਾ ਇਹ ਬਿੱਲ? ਐਪਰੈਂਟਲੀ ਤਾਂ ਜਿੰਨਾ ਕੁ ਪੜ੍ਹ ਕੇ, ਹੁਣ ਮੈਂ ਕੋਈ ਕਿਸਾਨ ਤਾਂ ਹੈ ਨਹੀਂ ਪੂਰਾ ਐਕਚੁਅਲੀ ਪ੍ਰੈਕਟੀਕਲੀ ਜਿਹੜਾ ਖੇਤਾਂ ਵਿੱਚ ਖੇਤੀ ਕਰਦਾ ਹੈਗਾ, ਤੇ ਇਹ ਥੋੜਾ ਜਿਹਾ ਗਵਰਨਮੈਂਟ ਦੀ ਮਨਸ਼ਾ ਵੀ ਤਾਂ ਥੋੜੀ ਬਹੁਤੀ ਠੀਕ ਹੋਏਗੀ। ਜਾਂ ਅਸੀਂ ਗਵਰਨਮੈਂਟ ਨੂੰ ਬਿਲਕੁਲ ਤਾਂ ਕੰਡੈਮ ਨਹੀਂ ਕਰ ਸਕਦੇ, ਮੋਦੀ ਗਵਰਨਮੈਂਟ ਨੂੰ। ਨਹੀਂ, ਦੇਖੋ, ਫਾਰਮ ਪ੍ਰੋਡਿਊਸ ਹੈ ਜਿਹੜੀ, ਹਾਂਜੀ, ਉਹਨੂੰ ਉਹਦੀ ਕੀਮਤ ਵਧਾਣੀ ਹੈ, ਤਾਂ ਹੀ ਆਮਦਨੀ ਵਧੂਗੀ ਨਾ। ਹਾਂਜੀ। ਕੀਮਤ ਇਹ ਫਸਲਾਂ 'ਚ ਨਹੀਂ ਵਧਣੀ। ਅੱਛਾ ਜੀ। ਇਹਦੇ ਲਈ ਹੋਰ ਮੈਕਨਾਈਜ਼ਡ ਫਾਰਮਿੰਗ ਹੋਣੀ ਸ਼ੁਰੂ ਦੀ ਲੋੜ ਹੈ। ਪਲੱਸ ਪੋਸਟ ਹਾਰਵੈਸਟ ਜਿਹੜੀ ਹੈ ਟੈਕਨੀਕਸ, ਉਹ ਨਵੀਆਂ ਲਿਆਉਣ ਦੀ ਲੋੜ ਹੈ। ਪਲੱਸ
ਐਗਰੀਕਲਚਰ ਪ੍ਰੋਡਿਊਸ ਹੈ ਜਿਹੜੀ ਉਹਦੀ ਕੁਆਲਿਟੀ ਇਹੀ ਨਹੀਂ ਕਿ ਉਹਦਾ ਸਾਈਜ਼ ਸ਼ਕਲ, ਉਹਦੇ ਚ ਜਿਹੜੇ ਤੱਤ ਹੈ, ਇਨਸੈਕਟੀਸਾਈਡਸ ਹੈ ਜਾਂ ਈਵਨ ਕੈਮੀਕਲ ਮੈਨਿਓਰਸ ਹੈ, ਉਹਦੀ ਦੁਰਵਰਤੋਂ ਰੋਕ ਕੇ ਉਹਦੇ ਵਰਲਡ ਦੇ ਸਟੈਂਡਰਡਸ ਦੇ ਲਿਮਿਟ ਚ ਲਿਆਣਾ। ਇਹ ਤਾਂ ਹੋਊਗੀ ਮੈਕਨਾਈਜ਼ਡ ਵੀ ਸਾਰਾ ਕੁਛ ਹੈ ਤਾਂ ਹੋਊਗਾ ਜੇ ਤੁਸੀਂ ਕਿਤੇ ਇਹਦੇ ਚ ਹਿਊਜ ਇਨਵੈਸਟਮੈਂਟ ਹੋਊਗੀ, ਪਲੱਸ ਲੈਂਡ ਹੋਲਡਿੰਗ ਮੈਸਿਵ ਹੋਊਗੀ। ਹਾਂਜੀ, ਇਹ ਜੇ ਕਹੋ ਤੁਸੀਂ 5-20 ਏਕੜਾਂ ਦੇ ਵਿੱਚ ਹੋ ਜਾਵੇ, ਹੁਣ ਆਲੂ ਕਰਨ ਵਾਲੇ ਵੀ ਤਾਂ 150-200 ਏਕੜ ਤੋਂ ਘੱਟ ਕੋਈ ਕਰਦਾ ਨਹੀਂ, ਠੇਕੇ ਤੇ ਲੈ ਕੇ ਫਾਰਮ ਬਾਈਬਲ ਹੀ ਹੈ ਜੀ, 150-200 ਕਰਦੇ ਹੈਗੇ। ਇਹਦੇ ਕਲਸਟਰ ਦੇ ਕਲਸਟਰ ਕ੍ਰੀਏਟ ਹੋਣਗੇ ਤਾਂ ਹਿਊਜ ਕਲਸਟਰ ਕ੍ਰੀਏਟ ਹੋਣਗੇ। ਉਹ ਕਲਸਟਰ ਕਿਵੇਂ ਕ੍ਰੀਏਟ ਹੋ ਸਕਦੇ ਆ? ਜਾਂ ਕੋਆਪਰੇਟਿਵ ਫਾਰਮਿੰਗ ਜਾਂ ਕੰਟਰੈਕਟ ਫਾਰਮਿੰਗ। ਇਹੀ ਤਾਂ ਮੈਂ ਕਿਹਾ ਕਿ ਪੰਜਾਬ ਸਰਕਾਰ ਜੇ ਕਰਨਾ ਚਾਹਵੇ ਕੋਆਪਰੇਟਿਵ ਫਾਰਮਿੰਗ ਚ ਲੈ ਜਾ ਸਕਦੀ ਹੈ ਫਾਰਮਰ। ਹਾਂਜੀ, ਜੋ ਕੋਆਪਰੇਟਿਵ ਮਹਿਕਮਾ ਇਮਾਨਦਾਰ ਕਰੇ, ਇਮਾਨਦਾਰ ਹੈ ਨਹੀਂ ਕੋਆਪਰੇਟਿਵ ਮਹਿਕਮਾ। ਕੋਆਪਰੇਟਿਵ ਮਹਿਕਮਾ ਜਿਹੜਾ ਹੈ ਉਹ ਸਾਰਾ ਗਲੇਮਾ ਪਾਇਆ ਹੋਇਆ ਸੁਸਾਇਟੀਜ਼ ਦੇ ਅਫਸਰਾਂ ਨੇ, ਕੰਮ ਹੀ ਨਹੀਂ ਕਰਨ ਦਿੰਦੇ ਕਿਸੇ ਕੋਆਪਰੇਟਿਵ ਸੁਸਾਇਟੀ ਨੂੰ। ਕੋਈ ਕੋਆਪਰੇਟਿਵ ਸੁਸਾਇਟੀ ਸਕਸੈਸ ਸਟੋਰੀ ਇਸ ਮੁਲਕ ਦੇ ਵਿੱਚ ਆਨੰਦ ਦੇ ਬਾਅਦ ਦੱਸ ਦਿਓ ਕਿਹੜੀ ਹੈ। ਜੇ ਪੰਜਾਬ 'ਚ ਵੀ ਕੋਈ ਸਕਸੈਸ ਸਟੋਰੀ ਹੈ ਤਾਂ ਮਿਲਕ ਫੈਡ ਹੀ ਆ, ਹੋਰ ਕੋਈ ਵੀ ਨਹੀਂ ਹੈਗੀ। ਹਾਂਜੀ ਹਾਂਜੀ, ਐਂਡ ਇਹ ਸੋ ਗਵਰਨਮੈਂਟ ਪ੍ਰਾਈਵੇਟ ਇਨਵੈਸਟਮੈਂਟ ਲਿਆਉਣਾ ਚਾਹੁੰਦੀ ਹੈ ਐਗਰੀਕਲਚਰ ਦੇ ਵਿੱਚ। ਫਾਰਮਰ ਕਹਿੰਦਾ ਕਿ ਮੈਂ ਕਿਤੇ ਉਹਦੇ ਮੁੱਠੀ 'ਚ ਹੀ ਨਾ ਆ ਜਾਵਾਂ, ਜਿਹੜਾ ਕਾਰਪੋਰੇਟ ਦੇ ਜਾਂ ਬਿਗ ਜਿਹਨੂੰ ਕਹਿ ਰਹੇ ਹੋ ਤੁਸੀਂ। ਇਹ ਬਹੁਤ ਵੱਡਾ ਖਦਸ਼ਾ ਹੈਗਾ ਕਾਰਪੋਰੇਟ ਫਾਰਮਿੰਗ। ਦੇਖੋ 2 ਕਾਰਪੋਰੇਟ ਫਾਰਮਿੰਗ ਪੰਜਾਬ 'ਚ ਚੱਲ ਰਹੀ ਹੈ, ਉਹ ਤਾਂ ਸਕਸੈਸਫੁਲ ਹੈ। ਇੱਕ ਮੇਜਰ ਜਿਹੜੀਆਂ ਨੋਨ ਹੈ, ਇੱਕ ਸੰਘਾ ਸਾਹਿਬ, ਇੱਕ ਚੀਮਾ ਸਾਹਿਬ, ਦੇ ਆਰ ਡੂਇੰਗ ਵੈਰੀ ਸਕਸੈਸਫੁਲੀ। ਇਹਨਾਂ ਦੇ ਬਰਾਬਰ ਦੇ 8-10 ਹੋਰ ਫਾਰਮਰ ਵੀ ਹੈਗੇ, ਦੇ ਆਰ ਆਲਸੋ ਡੂਇੰਗ ਕੁਆਇਟ ਵੈਲ। ਜਿੰਨੇ ਠੇਕੇ ਤੇ ਲੈ ਕੇ ਚਲਾਉਂਦੇ ਆ, ਦੇ ਆਰ ਆਲਸੋ ਡੂਇੰਗ ਕੁਆਇਟ ਵੈਲ। ਪੋਟੈਟੋ ਫਾਰਮਰ, ਪੰਜਾਬ ਦੀ ਪੋਟੈਟੋ ਹੈ ਜਿਹੜਾ, ਪੰਜਾਬ ਦਾ ਬਹੁਤ ਸ਼ੇਅਰ ਹੈ ਪੋਟੈਟੋ ਦੇ ਵਿੱਚ। ਹੁਣ ਇਹ ਗੱਲਾਂ ਅਕ੍ਰੋਸ ਦੀ ਟੇਬਲ ਫਾਰਮਰਸ ਨਾਲ ਬੈਠ ਕੇ ਉਹਨਾਂ ਦੇ ਸ਼ੱਕ ਦੂਰ ਕਰਨੇ ਪੈਣਗੇ। ਦੇਖੋ ਉਹਨਾਂ ਨੂੰ ਕਨਵਿੰਸ ਕਰਨਾ ਪਊ ਫਾਰਮਰਸ ਨੂੰ ਕਿ ਤੁਹਾਡੇ ਬੈਨੀਫਿਟ ਚ, ਇਕੱਲੇ ਕਹਿਣ ਨਾਲ ਨਹੀਂ ਗੱਲ ਬਣਦੀ। ਇੱਕ ਟਾਂਡਾ ਸਾਹਿਬ ਮੈਨੂੰ ਹੋਰ ਸਵਾਲ ਜਵਾਬ ਦਿਓ। ਮੰਨ ਲਓ ਇੱਕ ਪਿੰਡ ਆ, ਪਿੰਡ ਵਿੱਚ ਮੰਨ ਲਓ 700 ਘਰ ਆ, ਕਿਸੇ ਕੋਲ 2 ਏਕੜ ਆ, ਕਿਸੇ ਕੋਲ 2.5 ਆ, ਕਿਸੇ ਕੋਲ 5 ਆ, ਕਿਸੇ ਕੋਲ 10 ਆ। ਮੰਨ ਲਓ ਪੂਰਾ ਪਿੰਡ ਇੱਕ ਕਲੱਬ ਕਰ ਲਵੇ, ਕਲੱਬ ਫਾਰਮਿੰਗ ਕਰੇ, ਉਹ ਜੋ ਪ੍ਰਪੋਰਸ਼ਨ ਵਿੱਚ ਆ ਉਹਨਾਂ ਦਾ ਇਨਪੁਟ ਵੀ ਤੇ ਪ੍ਰੋਫਿਟ ਵੰਡਿਆ। ਏਦਾਂ ਨਹੀਂ ਵਾਇਬਲ ਲੱਗਦਾ ਤੁਹਾਨੂੰ? ਇਹਨੂੰ ਹੀ ਤਾਂ ਕੋਆਪਰੇਟਿਵ ਫਾਰਮਿੰਗ ਕਹਿੰਦੇ ਆ। ਆਹੋ, ਮਤਲਬ ਜੇ ਕੋਆਪਰੇਟਿਵ ਡਿਪਾਰਟਮੈਂਟ ਨੂੰ ਐਟਲੀਸਟ ਪਿੰਡ ਲੈਵਲ ਤੇ ਕਰ ਲੈਣਾ ਆਪਣੇ, ਹਨਾ? ਜੇ ਨਹੀਂ ਮਲਟੀਪਲ ਪਿੰਡ, ਦੇਖੋ ਮਲਟੀਪਲ ਪਿੰਡ ਵੀ 5 ਪਿੰਡ ਇਕੱਠੇ ਹੋ ਜਾਣ, ਜੋ ਰੇਸ਼ੋ ਵਿੱਚ ਆਏ ਆ ਉਹ ਕਰ ਲੈਣ ਸਾਰੇ ਜਣੇ। ਤੁਸੀਂ ਦੇਖੋ ਖਰਬੂਜਾ, ਹਾਂਜੀ, 1 ਸਾਲ ਤਾਂ 2 ਲੱਖ ਦੇ ਜਾਂਦਾ ਏਕੜ ਚੋਂ, ਹਾਂਜੀ, ਅਗਲੇ ਸਾਲ 2,20,000 ਵੀ ਨਹੀਂ ਦਿੰਦਾ। ਹਾਂਜੀ ਹਾਂਜੀ, ਹਰ ਫਾਰਮਰ ਨਹੀਂ ਕਰ ਸਕਦਾ, ਵੱਡਾ ਫਾਰਮਰ ਫਿਰ ਪਾਰਟ ਆਫ ਇਟ ਕਰ ਲੈਂਦਾ। ਇਸੇ ਤਰ੍ਹਾਂ ਟਮਾਟਰ ਹੈ, ਇਸੇ ਤਰ੍ਹਾਂ ਖੀਰੇ ਹੈ, ਇਸੇ ਤਰ੍ਹਾਂ ਮਿਰਚਾਂ ਹੈ। ਇਹ ਫਾਰਮਿੰਗ ਜੇ ਕਲਸਟਰ ਫਾਰਮਿੰਗ ਹੋਊ, ਕੋਆਪਰੇਟਿਵ ਚ ਹੋਊਗੀ, ਫਿਰ ਉਹ ਮਲਟੀਪਲ ਫਾਰਮਿੰਗ ਕਰ ਲੈਣਗੇ ਤੇ ਡਿਪੈਂਡੈਂਸ ਘਟ ਜਾਊਗੀ ਇਹਦੇ ਤੇ, MSP ਤੇ। ਜੇ ਉਹ ਬਦਲ ਕਰਨਗੇ ਫਸਲਾਂ ਨਾਲ ਚੇਂਜ ਕਰਕੇ, ਪਹਿਲਾ ਪ੍ਰਿੰਸੀਪਲ ਫਾਰਮਿੰਗ ਦਾ ਕ੍ਰੌਪ ਘੁਮਾਣੀ ਹੈ, ਸੇਮ ਕ੍ਰੌਪ ਨਹੀਂ ਕਰਨੀ ਹੈ। ਦੂਜਾ ਬਾਇਓਵੇਸਟ ਪਾਣਾ ਹੈ। ਹੁਣ 5 ਏਕੜ ਵਾਲਾ ਕਿਵੇਂ ਘੁਮਾ ਲੂਗਾ ਜੀ? ਹਾਂਜੀ ਹਾਂਜੀ। ਸੋ ਜੇ ਤੁਸੀਂ ਕੋਆਪਰੇਟਿਵ ਫਾਰਮਿੰਗ ਕਰੋਗੇ ਫਿਰ ਹੋ ਜੂ। ਇੱਕ ਥਾਂ ਤੇ ਜੇ ਘਾਟਾ ਵੀ ਪੈ ਗਿਆ, ਦੂਜੇ ਥਾਂ ਵਾਧਾ ਹੋ ਗਿਆ, ਕਿਸੇ ਦਾ ਮਰੂਗਾ ਨਹੀਂ ਫਾਰਮਰ। ਸਭ ਨੂੰ ਆਪਣੇ ਹਿੱਸੇ ਬੰਦੇ, ਫਿਰ ਉਹਨੂੰ ਇੰਪਲੋਇਮੈਂਟ ਵੀ ਮਿਲ ਜੂ ਉਸੇ ਕੋਆਪਰੇਟਿਵ ਚ। ਜਿੰਨੇ ਦਿਨ ਕੰਮ ਕਰੋ ਉਹਨੇ ਦਿਨ ਦੀ ਦਿਹਾੜੀ ਲੈ ਲਓ। ਹਾਂਜੀ ਹਾਂਜੀ। ਬਾਕੀ ਜਿਹੜੇ ਵਿਹਲੇ ਬੰਦੇ ਉਹ ਕੋਈ ਹੋਰ ਕੰਮ ਕਰ ਸਕਦੇ, ਉਧਰੋਂ ਇਨਕਮ ਕਰ ਸਕਦੇ। ਹਾਂ, ਜਿਹਦੀ 2 ਏਕੜ ਜਗ੍ਹਾ, ਉਹ ਕਹਿੰਦਾ ਚਲੋ ਠੀਕ ਹੈ ਮੇਰੀ ਕੋਆਪਰੇਟਿਵ ਚ ਪਾ ਦਿਓ, ਮੈਂ ਕਿਤੇ ਹੋਰ ਜੌਬ ਕਰ ਲੈਣਾ। ਹਾਂ, ਹੋਰ ਜੌਬ ਕਰ ਲੈਣਾ, ਐਟਲੀਸਟ ਉਹਦਾ ਰੋਟੀ ਪਾਣੀ ਤਾਂ ਵਧੀਆ ਚੱਲਦਾ ਰਹੇਗਾ। ਭਾਰਜ ਸਾਹਿਬ, ਪੰਜਾਬ ਦੇ ਵਿੱਚ ਮੱਝਾਂ ਗਾਈਆਂ ਦੇ ਸਟਾਕ ਘਟ ਗਏ। ਪਿੰਡਾਂ 'ਚ ਜਾ ਕੇ ਦੇਖੋ, ਪਿੰਡਾਂ 'ਚ ਹੋਕੇ ਲੱਗ ਕੇ ਦੁੱਧ, ਦਹੀਂ, ਲੱਸੀ ਵਿਕਣ ਲੱਗ ਗਈ। ਹਾਂਜੀ ਹਾਂਜੀ। ਇਹ ਕਿਉਂ ਵਿਕਣ ਲੱਗ ਗਈ? ਵਾਇਬਲ ਨਹੀਂ ਰਹੇ ਜੀ, ਇਨਪੁਟਸ ਬਹੁਤ ਮਹਿੰਗੀਆਂ। 4-5 2 ਗਾਈਆਂ ਮੱਝਾਂ ਰੱਖ ਕੇ ਦੁੱਧ ਮਹਿੰਗਾ ਪੈਂਦਾ, ਬਹੁਤ ਮਹਿੰਗਾ ਪੈਂਦਾ। ਹਾਂਜੀ, ਹੁਣ ਤਾਂ ਘੱਟੋ ਘੱਟ 300 ਜਾਨਵਰ ਦੀ ਜੇ ਫਾਰਮਿੰਗ ਹੋਊਗੀ ਤਾਂ ਜਾ ਕੇ ਡੇਅਰੀ ਫਾਰਮਿੰਗ ਹੋਊਗੀ, ਤਾਂ ਪੋਸੀਬਲ ਹੈ। ਤੇ 300 ਦੀ ਜੇ ਤੁਸੀਂ ਕਰਦੇ ਹੋ ਤਾਂ ਇਹ ਸਮਝ ਲਓ 3 ਲੱਖ ਪਰ ਡੰਗਰ ਇਨਵੈਸਟਮੈਂਟ ਹੈ। 9 ਕਰੋੜ ਦੀ ਇਨਵੈਸਟਮੈਂਟ ਕਰੂਗਾ ਤਾਂ ਡੇਅਰੀ ਫਾਰਮ ਖੋਲ ਸਕਦਾ ਹੈ। ਹੁਣ
ਬਹੁਤ ਘਟ ਗਿਆ ਦੁੱਧ ਦੀ ਪ੍ਰੋਡਕਸ਼ਨ ਪੰਜਾਬ ਦੇ ਵਿੱਚ ਗਿਰ ਗਈ ਹੈ, ਡੰਗਰਾਂ ਦੇ ਭਾਅ ਗਿਰ ਗਏ, ਮੱਝਾਂ ਜਿਹੜੀਆਂ 1.5 ਲੱਖ ਦੀਆਂ 60,000 ਨੂੰ ਮਿਲਦੀ ਹੈ, ਗਾਂ 20,000 ਨੂੰ ਮਿਲਣ ਲੱਗੀ ਜਿਹੜੀ 70-80,000 ਨੂੰ ਸੀ। ਕ੍ਰਾਈਸਿਸ ਇਹ ਕੋਈ ਅੰਡਰਸਟੈਂਡ ਨਹੀਂ ਨਾ ਕਰ ਰਿਹਾ ਕਿ ਕੀ ਕ੍ਰਾਈਸਿਸ ਆ ਰਹੀਆਂ ਪੰਜਾਬ 'ਚ। ਨੋ ਵਨ ਇਜ਼ ਅੰਡਰਸਟੈਂਡਿੰਗ ਦਿਸ। ਹਾਂਜੀ, ਪਰ ਟਾਂਡਾ ਸਾਹਿਬ ਪੰਜਾਬ ਦਾ ਬਣੇਗਾ ਕੀ? ਇੱਕ ਪਾਸੇ ਗਵਰਨਮੈਂਟ ਮੋਦੀ ਸਾਹਿਬ ਅਤੇ ਇਹਨਾਂ ਦੀ ਗਵਰਨਮੈਂਟ ਇੰਨੀ ਸਟਿਫ ਹੈਗੀ ਆ, ਇੱਕ ਪਾਸੇ ਕਿਸਾਨ ਵੀ ਸਟਿਫ ਹੋਏ ਜਾਂਦੇ ਹੈਗੇ, ਮਤਲਬ ਇਕਨੋਮੀ ਦਾ ਤੁਸੀਂ ਪਹਿਲਾਂ ਹੀ ਬਹੁਤ ਬੁਰਾ ਹਾਲ ਹੈ, ਮਾਈਨਸ ਪਹਿਲਾਂ ਹੀ ਆਈ ਹੋ ਹੈਗੀ, ਮਤਲਬ ਫਿਰ ਪੰਜਾਬ ਦਾ ਬਣੇਗਾ ਕੀ? ਇੱਥੇ ਕਿੱਥੇ ਇੱਕ ਮੈਚਿੰਗ ਪੁਆਇੰਟ ਲੱਗਦਾ ਹੈਗਾ। ਫਾਰਮਰਸ ਸ਼ੁੱਡ ਇਨਵੋਲਵ ਇੰਡੀਪੈਂਡੈਂਟ ਫਾਰਮ ਸਾਇੰਟਿਸਟਸ। ਹਾਂਜੀ, ਇਹ ਜਿਹੜੇ ਯੂਨੀਵਰਸਿਟੀਆਂ ਵਾਲੇ ਮੁਲਾਜ਼ਮ ਹੈ ਨਾ, ਉਹਨਾਂ ਨੇ ਸੱਚ ਨਹੀਂ ਬੋਲਣਾ, ਉਹਨਾਂ ਨੇ ਤਾਂ ਗਵਰਨਮੈਂਟ ਦੀ ਲਾਈਨ ਟੋ ਕਰਨੀ। ਇੰਡੀਪੈਂਡੈਂਟ ਫਾਰਮ ਸਾਇੰਟਿਸਟ ਤੇ ਯਕੀਨ ਕਰਨਾ ਚਾਹੀਦਾ। ਡਾਕਟਰ ਔਲਖ ਵਰਗੇ ਬੰਦੇ ਬੈਠੇ ਹੈ, ਡਾਕਟਰ ਜੌਲ ਵਰਗੇ ਬੰਦੇ ਬੈਠੇ ਹੈ, ਜਿਹੜੇ ਮਾਹਰ ਹੈ, ਜਿਨ੍ਹਾਂ ਨੇ ਪੂਰੀ ਜ਼ਿੰਦਗੀ ਲਾ ਦਿੱਤੀ। ਹੋਰ ਰਿਨਾਊਂਡ ਸਾਇੰਟਿਸਟ ਪੂਰੇ ਕੰਟਰੀ 'ਚ ਹੈਗੇ, ਉਹਨਾਂ ਦੀ ਅਸਿਸਟੈਂਸ ਲੈਣ, ਉਹਨਾਂ ਨਾਲ ਸੈਮੀਨਾਰ ਕਰਨ, ਇਹਦੇ ਵਿੱਚ ਇਸ ਸਮੇਂ ਦਾ ਯੂਜ਼ ਕਰਨ, ਮੀਟਿੰਗ ਕਰਨ, ਲਾਇਰਸ ਨੂੰ ਨਾਲ ਲੈਣ, ਉਹਨਾਂ ਦੀ ਲਾਅ ਦੀ ਡਾਇਸੈਕਸ਼ਨ ਕਰਨ, ਦੱਸਣ ਇਹਦੇ 'ਚ ਆਹ ਗਲਤ ਹੈ, ਇਹਦੇ 'ਚ ਆਹ ਸੇਫਗਾਰਡਸ ਕ੍ਰੀਏਟ ਕਰੋ, ਪ੍ਰਪੋਜ਼ਡ ਰੂਲਸ ਬਣਾ ਕੇ ਦੇਣ। ਹਲੇ ਰੂਲਸ ਬਣਨੇ ਆ, ਜੇ ਉਹ ਵੀ ਬਣ ਗਏ ਤੁਹਾਡੇ ਉਲਟ ਫਿਰ ਕੀ ਕਰੋਗੇ ਤੁਸੀਂ? ਰੂਲਸ ਲਈ ਨੈਗੋਸ਼ੀਏਟ ਕਰੋ। ਨੈਗੋਸ਼ੀਏਸ਼ਨ ਤਾਂ ਓਪਨ ਹਾਰਟ ਨਾਲ ਹੋਣੀ ਚਾਹੀਦੀ ਹੈ ਦੋਨੇ ਪਾਸੋਂ, ਗਵਰਨਮੈਂਟ ਨੂੰ ਵੀ ਓਪਨ ਹਾਰਟ ਰੱਖਣਾ। ਫੈਸਲੇ ਕੀ ਹੁੰਦੇ ਉਹ ਬਾਅਦ ਦੀ ਗੱਲ ਆ। ਐਂਡ ਫਾਰਮਰਸ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਪੋਲੀਟੀਕਲ ਪਾਰਟੀਜ਼ ਤੋਂ, ਉਹਨਾਂ ਦੀ ਮਦਦ ਲੈਣੀ ਚਾਹੀਦੀ ਹੈ। ਜੋ ਮਦਦ ਦੇ ਰਿਹਾ ਕੋਈ, ਤੁਸੀਂ ਉਹਨਾਂ ਨੂੰ ਨਕਾਰਦੇ ਕਿਉਂ? ਸਟੇਜਸ ਤੋਂ ਕਹਿੰਦੇ ਉੱਤਰ ਜਾ ਨੀਚੇ, ਨਾਟ ਲਾਈਕ ਦਿਸ। ਇਹ ਇਹਨਾਂ ਦੀ ਜਿਹੜੇ ਵੀ ਇਹ ਕਰ ਪਾਉਣੀਆਂ ਇਹਨਾਂ ਨੇ, ਇੱਕ ਨੂੰ ਨਾ ਪਾਉਣੀਆਂ, ਦੂਜਾ ਜਿਹਨੂੰ ਮਰਜ਼ੀ ਪਾਉਣ, ਲੇਕਿਨ ਜਿਹੜੇ ਪੋਲੀਟੀਕਲ ਲੀਡਰ ਉਹਨਾਂ ਦੀ ਵੀ ਸਪੋਰਟ ਲੈ ਲੈਣੀ ਚਾਹੀਦੀ ਹੈ। ਤੁਹਾਡੇ ਕਹਿਣ ਦਾ ਮਤਲਬ ਦੇਖੋ, ਲੱਖ ਕਹਿ ਲਓ ਪੋਲੀਟੀਕਲ ਲੀਡਰਸ ਦੇ ਸੈਲਫ ਇੰਟਰਸਟ ਹੈ ਸਾਰੀਆਂ ਪਾਰਟੀਆਂ ਤੇ, ਪਰ ਚੱਲ ਵੋਟ ਜ਼ਬਰਦਸਤੀ ਥੋੜੀ ਲੈ ਲੈਣਗੇ, ਜਿੱਥੇ ਦਿਲ ਕਰੇ ਪਾਉਣ। ਪਰ ਉਹ ਪੰਜਾਬ ਦੇ ਦੋਖੀ ਨਹੀਂ ਹੈ। ਐਸਾ ਨਹੀਂ ਹੋ ਸਕਦਾ ਕਿ ਪੰਜਾਬ ਦੇ ਉਹ ਦੋਖੀ ਹੈ। ਸਾਰਿਆਂ ਨਾਲ ਗੱਲ ਕਰਨ, ਸਾਰਿਆਂ ਦੀ ਰਾਏ ਲੈਣ, ਇਨਵੋਲਵ ਕਰਨ। ਦੇਖੋ, ਇਕਜੁੱਟ ਹੋਣਗੇ ਤਾਂ ਕੁਝ ਪ੍ਰਾਪਤ ਕਰ ਲੈਣਗੇ, ਨਹੀਂ ਤਾਂ ਖੇਰੂ ਖੇਰੂ ਹੋ ਜਾਣਗੇ। ਉਹਦਾ ਨੁਕਸਾਨ, ਲੌਂਗ ਟਰਮ ਨੁਕਸਾਨ ਬਹੁਤ ਹੋਣਾ ਫਾਰਮਰ ਦਾ, ਉਹਦੇ 'ਚ ਪੰਜਾਬ ਦਾ ਨੁਕਸਾਨ ਹੋਣਾ। ਚਲੋ, ਅਖੀਰ ਵਿੱਚ ਤੁਸੀਂ ਫਿਰ ਇੱਕ ਸਰਕਾਰ ਨੂੰ ਵੀ ਅਪੀਲ ਕਰ ਦਿਓ, ਕਿਸਾਨਾਂ ਨੂੰ ਵੀ ਕਰ ਦਿਓ, ਪੋਲੀਟੀਕਲ ਪਾਰਟੀਆਂ ਕੋਈ ਐਮੀਕੇਬਲੀ ਕੋਈ ਟ੍ਰਾਈਐਂਗਲ ਬਣਾ ਕੇ ਇੱਕ ਐਮੀਕੇਬਲ ਸੋਲੂਸ਼ਨ ਜਿਹੜਾ ਲੱਭ ਪਵੇ, ਜਲਦੀ ਤੋਂ ਜਲਦੀ ਸਿਚੁਏਸ਼ਨ ਡਿਫਿਊਜ਼ ਹੋ ਜਾਵੇ। ਜਿਹੜਾ ਪਰਿਵਾਰ ਦਾ ਬਜ਼ੁਰਗ ਹੁੰਦਾ ਹੈ, ਉਹਦਾ ਧਰਮ ਹੈ ਸੁਣਨਾ ਤੇ ਕਈ ਵਾਰ ਬੱਚਿਆਂ ਦੀ ਜਿੱਦ ਵੀ ਮੰਨਣਾ। ਸਰਕਾਰ ਨੂੰ ਉਹਦੇ ਵਿੱਚ ਉਹਦੀ ਗ੍ਰੇਟਨੈਸ ਹੈਗੀ ਆ। ਸਰਕਾਰ ਨੂੰ ਇਹ ਅੜੀਅਲਪਨ ਛੱਡ ਦੇਣਾ ਚਾਹੀਦਾ। ਸਰਕਾਰ ਨੂੰ ਲਿਬਰਲ ਹੋਣਾ ਚਾਹੀਦਾ ਤੇ ਫਾਰਮ ਯੂਨੀਅਨਸ ਨੂੰ ਵੀ ਇਕੱਠੇ ਹੋ ਕੇ, ਜਿਵੇਂ ਮੈਂ ਦੱਸਿਆ, ਸਾਇੰਟਿਸਟ, ਨੋਨ ਸਾਇੰਟਿਸਟ, ਇਕੋਨੋਮਿਸਟ ਦੀ, ਫਾਰਮ ਇਕੋਨੋਮਿਸਟ ਐਂਡ ਸਾਇੰਟਿਸਟ ਹੈ, ਪਲੱਸ ਲਾਇਰਸ ਦੀ ਮਦਦ ਲੈਣੀ ਚਾਹੀਦੀ ਹੈ ਟੂ ਅਰਾਈਵ ਐਟ ਡੈਫੀਨਿਟ ਪ੍ਰਪੋਜ਼ਲ। ਲਿਖ ਕੇ ਪ੍ਰਪੋਜ਼ਲ ਦੇਣ, ਉਹਨੂੰ ਫਿਰ ਪਬਲਿਕ ਓਪੀਨੀਅਨ ਬਣਾਉਣ ਲਈ ਮੀਡੀਆ ਦੇ ਵਿੱਚ ਵੀ ਪਬਲਿਸ਼ ਕਰਨ, ਮੀਡੀਆ 'ਚ ਉਹਨੂੰ ਪੈਸੀਪੇਟ ਕਰਨ, ਘਰੋਂ ਘਰੀ ਹੈਂਡ ਬਿਲਸ ਵੰਡਣ, ਦੱਸਣ ਹਾਲਾਤ ਕੀ ਹੈ। ਐਂਡ ਪਬਲਿਕ ਓਪੀਨੀਅਨ ਜਦ ਬਿਲਡ ਕਰਨਗੇ, ਉਹ ਸਰਕਾਰ ਨੂੰ ਹਿੱਟ ਹੋਊਗਾ। ਉਹ ਪ੍ਰੈਸ਼ਰ ਹੈ। ਜੇ ਤੁਸੀਂ ਅੱਜ ਕਹਿ ਲਓ ਕਿ ਟੋਲ ਪਲਾਜ਼ਾ ਰੋਕ ਕੇ ਗਵਰਨਮੈਂਟ ਆਫ ਇੰਡੀਆ ਤੇ ਪ੍ਰੈਸ਼ਰ ਬਣ ਜੂ, ਨਹੀਂ ਬਣਨਾ। ਰੇਲ ਰੋਕ ਕੇ ਬਣ ਜੂ, ਨਹੀਂ ਬਣਨਾ। ਰੈਵਨਿਊ ਪੰਜਾਬ ਸਰਕਾਰ ਦਾ ਹਿੱਟ ਹੋਊਗਾ, ਤੁਹਾਡੀ ਆਪਣੀ ਸਰਕਾਰ ਡਾਊਨ ਹੋਊਗੀ। ਰੋਲ ਤੁਹਾਡਾ ਇਹ ਬਣਦਾ ਹੈ, ਤੁਸੀਂ ਪਬਲਿਕ ਓਪੀਨੀਅਨ ਬਿਲਡ ਕਰੋ, ਥਰੂ ਆਊਟ ਦੀ ਕੰਟਰੀ ਬਿਲਡ ਕਰੋ, ਜਗਾਓ ਥਰੂ ਆਊਟ ਦੀ ਕੰਟਰੀ ਦੇ ਫਾਰਮਰਸ ਨੂੰ ਵੀ ਤੇ ਹੋਰਾਂ ਨੂੰ। ਇਹੀ ਮੇਰਾ ਮੈਸੇਜ। ਚਲੋ ਟਾਂਡਾ ਸਾਹਿਬ, ਤੁਸੀਂ ਬਹੁਤ ਵਧੀਆ ਗੱਲਾਂ ਕਹੀਆਂ। ਤੁਹਾਡੇ ਪ੍ਰੋਗਰਾਮ ਵੀ ਬਹੁਤ ਲੋਕੀ ਦੇਖਦੇ ਹੈਗੇ, ਬੜੇ ਇੰਟਰੈਕਟਿਵ ਲੈਵਲ ਦੇ ਵੀ ਦੇਖਦੇ, ਆਪਣੇ ਕਮੈਂਟਸ ਕਰਦੇ, ਸੰਪਰਕ ਵੀ ਕਰਦੇ ਮੈਨੂੰ। ਤੇ ਬਹੁਤ ਬਹੁਤ ਮਿਹਰਬਾਨੀ, ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ। ਲੈਟ ਅਸ ਹੋਪ ਇਹਦਾ ਕੋਈ ਨਾ ਕੋਈ ਜਲਦੀ ਤੋਂ ਜਲਦੀ ਸੋਲੂਸ਼ਨ ਨਿਕਲੇਗਾ। ਤੁਸੀਂ ਸਾਡੇ ਨਾਲ ਆਨਲਾਈਨ ਜੁੜੇ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ। ਜੈ ਹਿੰਦ। ਜੈ ਹਿੰਦ।